वेलकम बैक एवरीबडी टू द ऑनलाइन प्लेटफॉर्म ऑफ मैक्स ओवरसीज। आज की क्लास दे विच असी डिस्कस करांगे कि आयल्स एक्चुअली है की ते सानू किस तरीके दा आयल्स टेस्ट लेना चाहिदा आ तां जो असी अपनी एकेडैमिक या पीआर दीयां जरूरतां नू पूरा कर सकीए। सो सानू पता आ आयल्स स्टैंड करदा हैगा द इंटरनेशनल इंग्लिश लैंग्वेज टेस्टिंग सिस्टम। सो बेसिकली ये की है एक स्टैंडर्डाइज सिस्टम है जिहदे विच अगर तुसी एक स्पैसिफिक बैंड स्कोर गेन करदे हो तो उस तो तुहाडी इंग्लिश दी एफिशिएंसी जिहड़ी हैगी आ वो पता चलदी है। सो आपां फॉरन दे कंट्रीज जिहड़ियां कि इंग्लिश स्पीकिंग कंट्रीज ने उन्हां दे विच जाण दे लई बेसिकली जिहड़ा हैगा आयल्स दा टेस्ट जिहड़ा हैगा दिन्ने आ। सो अपने कोले आयल्स दो तरह दी है, जर्नल आयल्स ते एकेडैमिक आयल्स। ਤਾਂ ਇਹਨਾਂ ਵਿੱਚ ਕੀ ਫਰਕ ਹੈ? ਜਰਨਲ ਆਇਲਸ ਜੋ ਹੈਗੀ ਆ ਉਹ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਪੀਆਰ ਪਰਪਸਿਸ ਲਈ ਜਾਂ ਜੌਬ ਦੇ ਲਈ ਫੋਰਨ ਮੂਵ ਹੋਣਾ ਚਾਹੁੰਦੇ ਆ, ਤਾਂ ਉਹ ਸਾਰੇ ਮਾਈਗ੍ਰੇਟਰੀ ਪਰਪਸਿਸ ਵਾਸਤੇ ਉਹਨਾਂ ਨੂੰ ਜਿਹੜੀ ਹੈਗੀ ਆ ਜਰਨਲ ਆਇਲਸ ਕਲੀਅਰ ਕਰਨ ਦੀ ਜ਼ਰੂਰਤ ਪੈਂਦੀ ਆ। ਸੋ ਐਕੈਡੈਮਿਕ ਆਇਲਸ ਜਿਹੜੀ ਹੈਗੀ ਆ ਫੋਰਨ ਐਜੂਕੇਸ਼ਨ ਸਿਸਟਮ ਦੇ ਲਈ ਹੈ। ਜੇ ਤੁਹਾਡੀ ਸੀਨੀਅਰ ਸੈਕੰਡਰੀ ਇੰਡੀਆ ਤੋਂ ਹੈ ਤੇ ਤੁਸੀਂ ਫੋਰਨ ਜਾ ਕੇ ਆਪਣੀ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਲਈ ਜਾਣਾ ਚਾਹੁੰਦੇ ਹੋ ਤਾਂ ਉਸ ਕੇਸਿਸ ਦੇ ਵਿੱਚ ਤੁਹਾਨੂੰ ਐਜੂਕੇਸ਼ਨਲ ਪਰਪਸਿਸ ਦੇ ਲਈ ਐਕੈਡੈਮਿਕ ਆਇਲਸ ਜਿਹੜੀ ਹੈਗੀ ਆ ਉਹ ਦੇਣੀ ਪੈਂਦੀ ਹੈ। ਤੇ ਆਇਲਸ ਦੋਨਾਂ ਹੀ ਆਇਲਸ ਜੀਟੀ ਤੇ ਆਇਲਸ ਐਕੈਡੈਮਿਕਸ ਦੇ ਵਿੱਚ ਤੁਹਾਡੇ ਕੋਲੇ ਟੋਟਲ 4 ਤਰ੍ਹਾਂ ਦੇ ਜਿਹੜੇ ਹੈ ਐਗਜ਼ਾਮ ਹੁੰਦੇ ਆ। ਇਹਨਾਂ ਐਗਜ਼ਾਮਸ ਦੇ ਵਿੱਚ ਤੁਹਾਡੀਆਂ ਰਿਸੈਪਟਿਵ ਸਕਿੱਲਸ ਤੇ ਪ੍ਰੋਡਕਟਿਵ ਸਕਿੱਲਸ ਚੈੱਕ ਕੀਤੀਆਂ ਜਾਂਦੀਆਂ ਨੇ। ਰਿਸੈਪਟਿਵ ਵਰਡ ਆਪਣੇ ਕੋਲ ਆਇਆ ਹੈਗਾ ਰਿਸੈਪਸ਼ਨ ਤੋਂ ਕਿ ਤੁਸੀਂ ਕਿੰਨਾ ਕਿਸੇ ਚੀਜ਼ ਨੂੰ ਰਿਸੀਵ ਕਰ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ। ਤਾਂ ਰਿਸੈਪਟਿਵ ਸਕਿੱਲਸ ਕਿਹੜੀਆਂ ਹੋ ਗਈਆਂ? ਜਿੱਦਾਂ ਤੁਹਾਡੀ ਰੀਡਿੰਗ ਤੇ ਲਿਸਨਿੰਗ। ਤਾਂ ਰੀਡਿੰਗ 'ਚ ਕੀ ਕਰ ਰਹੇ ਹੋ? ਤੁਸੀਂ ਕੰਟੈਂਟ ਨੂੰ ਰੀਡ ਕਰ ਰਹੇ ਹੋ ਤੇ ਉਸ ਦੇ ਬੇਸਿਸ ਤੇ ਤੁਸੀਂ ਜਿਹੜਾ ਹੈਗਾ ਸਵਾਲਾਂ ਦੇ ਜਵਾਬ ਦੇ ਰਹੇ ਹੋ ਤੇ ਇਹ ਚੀਜ਼ ਤੁਹਾਡੀਆਂ ਰਿਸੈਪਟਿਵ ਸਕਿੱਲਸ ਨੂੰ ਦਿਖਾਉਂਦੀ ਹੈ। ਐਟ ਦ ਸੇਮ ਟਾਈਮ ਪ੍ਰੋਡਕਟਿਵ ਸਕਿੱਲਸ ਕੀ ਹੋ ਗਈਆਂ ਕਿ ਤੁਸੀਂ ਕੀ ਕਰ ਰਹੇ ਹੋ ਆਪਣੀ ਇੰਗਲਿਸ਼ ਦੀ ਤੁਸੀਂ ਕੀ ਕਰ ਰਹੇ ਹੋ ਆਪਣੀ ਇੰਗਲਿਸ਼ ਦੀ ਐਫੀਸ਼ੀਐਂਸੀ ਨੂੰ ਯੂਜ਼ ਕਰਦੇ ਹੋਏ ਕੋਈ ਐਸੇ ਲਿਖ ਰਹੇ ਹੋ ਤੇ ਉਹ ਤੁਹਾਡੀ ਰਾਈਟਿੰਗ ਸਕਿੱਲਸ ਨੂੰ ਦਿਖਾਉਂਦਾ ਆ। ਉਸ ਤੋਂ ਇਲਾਵਾ ਸਾਡਾ ਇੱਕ ਟੈਸਟ ਹੁੰਦਾ ਹੈਗਾ ਸਪੀਕਿੰਗ ਦਾ ਜਿਹਦੇ ਵਿੱਚ ਐਗਜ਼ਾਮੀਨਰ ਤੁਹਾਨੂੰ ਕੋਈ ਟੌਪਿਕ ਦਊਗਾ ਤੇ ਤੁਸੀਂ ਆਪਣੀ ਕ੍ਰੀਏਟੀਵਿਟੀ ਨੂੰ ਯੂਜ਼ ਕਰਕੇ ਉਸ ਟੌਪਿਕ ਦੇ ਉੱਤੇ ਮਿਨੀਮਮ 2 ਮਿੰਟ ਜਿਹੜਾ ਹੈਗਾ ਗੱਲ ਕਰਨੀ ਹੁੰਦੀ ਹੈ। ਸੋ ਇਹ ਤੁਹਾਡੀਆਂ ਹੋ ਗਈਆਂ ਪ੍ਰੋਡਕਟਿਵ ਸਕਿੱਲਸ। ਤਾਂ ਟੋਟਲ ਆਪਣੇ ਕੋਲੇ 4 ਤਰ੍ਹਾਂ ਦੇ ਐਗਜ਼ਾਮਸ ਹੋਣਗੇ, ਰੀਡਿੰਗ, ਲਿਸਨਿੰਗ, ਰਾਈਟਿੰਗ ਐਂਡ ਸਪੀਕਿੰਗ। ਸੋ ਇਹਨਾਂ ਵਿੱਚੋਂ ਰਾਜੇ ਤੁਹਾਡਾ ਰੀਡਿੰਗ, ਲਿਸਨਿੰਗ ਤੇ ਰਾਈਟਿੰਗ ਐਗਜ਼ਾਮ 1 ਡੇ ਕੰਡਕਟ ਕੀਤਾ ਜਾਊਗਾ ਤੇ ਜਿਹੜੀ ਤੁਹਾਡੀ ਲਿਸਨਿੰਗ ਹੈਗੀ ਆ ਇਹਦੀ ਡੇਟ ਤੁਹਾਨੂੰ ਵੱਖਰੇ ਤਰੀਕੇ ਤੁਹਾਡੇ ਐਗਜ਼ਾਮ ਤੋਂ ਆਈਦਰ ਕੁਝ ਦਿਨ ਪਹਿਲਾਂ ਜਾਂ ਬਾਅਦ ਚੋਂ ਮਿਲੇਗੀ। ਤਾਂ ਇਹਦੀ ਸਪੀਕਿੰਗ ਦੀ ਤੁਹਾਡੀ ਡੇਟ ਜਿਹੜੀ ਹੈਗੀ ਆ ਲਿਸਨਿੰਗ, ਰੀਡਿੰਗ ਤੇ ਰਾਈਟਿੰਗ ਤੋਂ ਵੱਖਰੀ ਹੁੰਦੀ ਆ। ਤਾਂ ਹੁਣ ਅਸੀਂ ਕੀ ਕਰਾਂਗੇ, ਅਸੀਂ ਸਾਰੇ ਮੋਡਿਊਲਸ ਦੇ ਵਿੱਚ ਥੋੜਾ ਜਿਹਾ ਇਨ ਡੈਪਥ ਦੇ ਵਿੱਚ ਜਾ ਕੇ ਇਹ ਨੌਲੇਜ ਹਾਸਲ ਕਰਾਂਗੇ ਕਿ ਇਹ ਈਚ ਮੋਡਿਊਲ ਦੇ ਵਿੱਚ ਸਾਨੂੰ ਕੀ ਕਰਨਾ ਪੈਣਾ ਆ ਤਾਂ ਜੋ ਅਸੀਂ ਆਪਣਾ ਰਿਕੁਆਇਰਡ ਬੈਂਡ ਸਕੋਰ ਹਾਸਲ ਕਰਕੇ ਆਪਣੇ ਫੋਰਨ ਜਾਣ ਦਾ ਸੁਪਨਾ ਪੂਰਾ ਕਰ ਸਕੀਏ। ਸੋ ਲੈਟਸ ਸਟਾਰਟ ਵਿਦ ਰੀਡਿੰਗ। ਸੋ ਆਪਣੇ ਕੋਲੇ ਜਿਹੜਾ ਰੀਡਿੰਗ ਦਾ ਐਗਜ਼ਾਮ ਹੈ ਇਹਦਾ ਮਿਨੀਮਮ ਟਾਈਮ ਹੈਗਾ ਜੀ 60 ਮਿੰਟ। 60 ਮਿੰਟ ਦਾ ਮਤਲਬ ਇਹ ਹੈ ਕਿ ਤੁਸੀਂ 60 ਮਿੰਟ ਦੇ ਵਿੱਚ ਆਪਣੀ ਰੀਡਿੰਗ ਕੰਪਲੀਟ ਕਰਨੀ ਹੈ ਪਲੱਸ ਆਪਣੇ ਆਨਸਰਸ ਵੀ ਜਿਹੜੇ ਹੈਗੇ ਆ ਤੁਸੀਂ ਆਪਣੀ ਆਨਸਰ ਸ਼ੀਟ ਦੇ ਉੱਤੇ ਟ੍ਰਾਂਸਫਰ ਕਰਨੇ। ਸੋ ਤੁਸੀਂ ਇਹਨਾਂ ਕੰਮਾਂ ਲਈ ਟੋਟਲ 60 ਮਿੰਟ ਤੁਹਾਨੂੰ ਦਿੱਤੇ ਜਾਣਗੇ। ਟਾਈਮਰ ਸਟਾਰਟ ਹੋ ਜਾਊਗਾ ਜਿਵੇਂ ਤੁਹਾਨੂੰ ਤੁਹਾਡਾ ਕੁਐਸਚਨ ਪੇਪਰ ਓਪਨ ਕਰਨ ਲਈ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ 60 ਮਿੰਟਾਂ ਦੇ ਵਿੱਚ ਤੁਸੀਂ ਆਪਣਾ ਆਨਸਰ ਲੱਭਣੇ ਵੀ ਹੈ ਤੇ ਆਪਣੀ ਆਨਸਰ ਸ਼ੀਟ ਤੇ ਉਹਨਾਂ ਨੂੰ ਰਾਈਟ ਡਾਊਨ ਵੀ ਕਰਨਾ ਹੈ। ਸੋ ਆਪਣੇ ਕੋਲੇ ਟੋਟਲ ਆਉਂਦੇ ਆ ਰਾਜੇ 40 ਕੁਐਸਚਨਸ ਇਨ ਯੋਰ ਰੀਡਿੰਗ। ਠੀਕ ਹੈ, ਉਹ ਕੁਐਸਚਨਸ ਦੀਆਂ ਟਾਈਪ ਵੱਖਰੀਆਂ ਵੱਖਰੀਆਂ ਹੋ ਸਕਦੀਆਂ। ਤੁਹਾਡੇ ਯੈਸ ਨੋ ਦੇ ਕੁਐਸਚਨ ਹੋ ਸਕਦੇ ਆ, ਤੁਹਾਡੇ ਟਰੂ ਫਾਲਸ ਦੇ ਕੁਐਸਚਨ ਹੋ ਸਕਦੇ ਆ, ਪਰ ਆਪਣੇ ਕੋਲੇ ਟੋਟਲ ਨੰਬਰ ਆਫ ਕੁਐਸਚਨਸ ਹੋਣਗੇ 40 ਐਂਡ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਊਗੀ। ਸੋ ਅਗਰ ਤੁਹਾਡਾ ਕੋਈ ਆਨਸਰ ਗਲਤ ਵੀ ਹੋ ਜਾਂਦਾ ਹੈ ਤਾਂ ਤੁਹਾਡੇ ਕੋਈ ਮਾਰਕਸ ਡਿਡਕਟ ਨਹੀਂ ਕੀਤੇ ਜਾਣਗੇ। देयर विल बी डिफरेंट। ਹੁਣ ਆਪਣੀ ਜਿਹੜੀ ਰੀਡਿੰਗ ਹੈਗੀ ਆ ਰਾਜੇ ਜਰਨਲ ਸਟੂਡੈਂਟਸ ਵਾਸਤੇ ਤੇ ਐਕੈਡੈਮਿਕ ਸਟੂਡੈਂਟਸ ਵਾਸਤੇ ਵੱਖਰੀ ਹੁੰਦੀ ਹੈ। ਜਰਨਲ ਸਟੂਡੈਂਟਸ ਵਾਸਤੇ ਜਰਨਲੀ ਰੀਡਿੰਗ ਦੇ 4-5 ਪੈਸੇਜ ਆਉਂਦੇ ਆ ਜਿਹਦੇ ਚ ਐਡਵਰਟਾਈਜ਼ਮੈਂਟਸ ਵਗੈਰਾ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਕੁਐਸਚਨਸ ਦੇ ਆਨਸਰ ਕਰਨੇ ਆ ਕਿਉਂਕਿ ਜਰਨਲ ਵਾਲੇ ਬੱਚੇ ਫੋਰਨ ਜਾ ਰਹੇ ਆ ਜੌਬਸ ਦੇ ਲਈ ਤਾਂ ਉਹਨਾਂ ਨੂੰ ਜੌਬ ਰੈਲੇਵੈਂਟ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਰੀਡਿੰਗ ਵੀ ਉਸੇ ਕੰਟੈਕਸਟ ਦੇ ਵਿੱਚ ਆਉਂਦੀ ਹੈ। जबकि ਜਿਹੜੇ ਐਕੈਡੈਮਿਕਸ ਵਾਲੇ ਬੱਚੇ ਹੈਗੇ ਆ ਉਹ ਕੀ ਕਰਨ ਜਾ ਰਹੇ ਆ, ਉਹ ਪੜ੍ਹਾਈ ਕਰਨ ਜਾ ਰਹੇ ਆ ਤਾਂ ਉਹਨਾਂ ਦੀ ਜਿਹੜੀ ਰੀਡਿੰਗ ਹੁੰਦੀ ਹੈ
ਬੇਸਿਕਲੀ ਉਹ ਕੋਈ ਲੈਕਚਰ ਹੁੰਦਾ ਜਿਹੜਾ ਕਿਸੇ ਨੇ ਦਿੱਤਾ ਹੁੰਦਾ, ਜਿਹਦੀ ਵਜ੍ਹਾ ਕਰਕੇ ਐਕੈਡੈਮਿਕ ਰੀਡਿੰਗ ਦੇ ਵਿੱਚ ਤੁਹਾਨੂੰ ਵੋਕੈਬ ਦੇ ਉੱਤੇ ਕਾਫੀ ਫੋਕਸ ਕਰਨਾ ਪੈਂਦਾ ਹੈ, ਜਦਕਿ ਜੀਟੀ ਰੀਡਿੰਗ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਕੇ ਸੋਚਣਾ ਪੈਂਦਾ ਕਿ ਇਹ ਕਿਉਂ ਕਿਹਾ ਗਿਆ ਹੈਗਾ। ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਲਿਸਨਿੰਗ ਤੇ ਸਪੀਕਿੰਗ ਦੇ ਲਈ ਕੁਐਸਚਨ ਜਿਹੜੇ ਹੈਗੇ ਆ ਇਨਕਰੀਜ਼ਿੰਗ ਆਰਡਰ ਆਫ ਡਿਫਿਕਲਟੀ ਦੇ ਵਿੱਚ ਹੁੰਦੇ ਆ, ਠੀਕ ਹੈ ਜੀ। ਤੇ ਆਨਸਰ ਜਿਹੜੇ ਹੈਗੇ ਆ ਰਾਜੇ ਕੋਈ ਕੰਪਲਸ਼ਨ ਨਹੀਂ ਹੈਗੀ ਕਿ ਕੈਪੀਟਲ ਲੈਟਰਸ ਲਿਖਣਾ ਹੈ, ਤੁਸੀਂ ਇਦਾਂ ਵੀ ਕਰ ਸਕਦੇ ਹੋ ਕਿ ਤੁਸੀਂ ਫਸਟ ਲੈਟਰ ਕੈਪੀਟਲ ਕੀਤਾ ਆ ਬਾਕੀ ਸਮਾਲ ਕੀਤੇ ਆ, ਬਟ ਇਹਦੇ ਨਾਲ ਕਈ ਵਾਰ ਕੀ ਹੁੰਦਾ ਕੋਈ ਨੇਮ ਵਗੈਰਾ ਆ ਗਿਆ ਕਿਸੇ ਪਰਸਨ ਦਾ ਤੇ ਬੱਚਾ ਉਹਨੂੰ ਕੈਪੀਟਲ ਕਰਨਾ ਭੁੱਲ ਗਿਆ ਤਾਂ ਉਹ ਦਿੱਕਤਾਂ ਆ ਜਾਂਦੀਆਂ ਨੇ। ਸੋ ਬੈਸਟ ਆਪਸ਼ਨ ਇਹੀ ਹੈ ਕਿ ਤੁਹਾਡੇ ਲਿਸਨਿੰਗ ਦੇ ਵਿੱਚ ਤੇ ਤੁਹਾਡੇ ਰੀਡਿੰਗ ਦੇ ਵਿੱਚ ਜਿਹੜੇ ਵੀ ਤੁਸੀਂ ਆਨਸਰ ਟਾਈਪ ਕਰੋਗੇ ਸਾਰੇ ਦੇ ਸਾਰੇ ਆਨਸਰਸ ਨੂੰ ਅਸੀਂ ਕੈਪੀਟਲ ਲੈਟਰਸ 'ਚ ਹੀ ਲਿਖਣਾ ਹੈ। ਤਾਂ ਇਹ ਸਾਰੀ ਚੀਜ਼ ਹੋਗੀ ਤੁਹਾਡੀ ਰੀਡਿੰਗ ਦੇ ਰਿਗਾਰਡ ਦੇ ਵਿੱਚ। ਅਗਰ ਆਪਾਂ ਨੈਕਸਟ ਮੂਵ ਕਰੀਏ ਰੀਡਿੰਗ ਤੋਂ ਤਾਂ ਆਪਣੇ ਕੋਲੇ ਆ ਗਏ ਇਹਦੇ ਵਿੱਚ ਟਾਈਪਸ ਆਫ ਕੁਐਸਚਨਸ ਰੀਡਿੰਗ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਆ ਗਿਆ ਰਾਜੇ ਮਲਟੀਪਲ ਚੋਇਸ ਕੁਐਸਚਨ। ਤਾਂ ਮਲਟੀਪਲ ਚੋਇਸ ਤੋਂ ਤੁਸੀਂ ਸਮਝਦੇ ਹੋ MCQ ਕੁਐਸਚਨਸ ਜਿਹੜੇ ਆਪਾਂ ਕਰਦੇ ਹੁੰਦੇ ਆ, ਠੀਕ ਹੈ। ਇਹਨਾਂ ਵਿੱਚ ਕੀ ਆ ਗਿਆ ਤੁਹਾਡੇ ਕੋਲੇ, ਜਾਂ ਤਾਂ ਉਹਨਾਂ ਨੇ ਤੁਹਾਡੇ ਕੋਲੇ ਇੱਕ ਕੁਐਸਚਨ ਦਿੱਤਾ ਹੈਗਾ, ਕੁਐਸਚਨ ਦੇ ਨੀਚੇ ਤੁਹਾਡੇ ਕੋਲੇ ABC ਆਪਸ਼ਨਸ ਨੇ, ਤਾਂ ਇਸ ਕੁਐਸਚਨ ਦੇ ਹਿਸਾਬ ਨਾਲ ਕਿਹੜੀ ਆਪਸ਼ਨ ਸਹੀ ਆ ਆਪਾਂ ਉਹ ਟਿਕ ਕਰਨੀ ਹੈ। ਦਿਸ ਇਜ਼ ਵਨ ਵੇ। ਉਸ ਤੋਂ ਬਾਅਦ ਕੀ ਹੁੰਦਾ ਆ, ਇੱਕ ਕੁਐਸਚਨ ਹੈ ਤੁਹਾਨੂੰ ਉਹਨਾਂ ਨੇ ਕੁਐਸਚਨ 'ਚ ਹੀ ਕਿਹਾ ਹੈਗਾ ਕਿ ਸਿਲੈਕਟ 2 ਆਪਸ਼ਨਸ। ਤਾਂ ਹੁਣ ਇਹ ਜਿਹੜੀਆਂ 2 ਆਪਸ਼ਨਸ ਨੇ ਬੱਚੇ ਇਹ ਇੱਕ ਸਵਾਲ ਦੀਆਂ ਵੀ ਹੋ ਸਕਦੀਆਂ। ਮੰਨ ਲਓ ਕੁਐਸਚਨ ਨੰਬਰ 18 ਹੈ, 18 ਦੇ ਵਿੱਚ ਮੈਨੂੰ ਇਦਾਂ ਵੀ ਹੋ ਸਕਦਾ ਕਿ A ਤੇ E ਦੋਨੋਂ ਆਪਸ਼ਨਸ ਕਰੈਕਟ ਹੋਣ, ਤਾਂ ਜਿਹੜਾ ਬੱਚਾ ਦੋਨੋਂ ਆਪਸ਼ਨਸ ਲਿਖ ਕੇ ਆਊਗਾ ਉਹਦੇ ਮਾਰਕ ਆਉਣਗੇ। ਜਿਹੜਾ ਬੱਚਾ ਇਹਨਾਂ ਚੋਂ ਕੱਲੀ A ਲਿਖਿਆ ਆ ਕੱਲੀ E ਲਿਖਿਆ ਆ ਉਹਦੇ ਮਾਰਕਸ ਨਹੀਂ ਆਉਣਗੇ। ਸੈਕਿੰਡ ਇਹਦੇ ਚ ਇਹ ਹੋ ਸਕਦਾ ਰਾਜੇ ਕਿ ਤੁਹਾਨੂੰ ਉਹਨਾਂ ਨੇ ਕਿਹਾ ਕੁਐਸਚਨ ਨੰਬਰ 18 ਤੇ 19 ਦਾ ਆਨਸਰ ਹੈਗਾ, ਤਾਂ 18 ਦਾ ਮੰਨ ਲਓ ਇਹ ਹੈਗਾ ਤੇ 19 ਦਾ ਤੁਹਾਡੇ ਕੋਲ ਆਨਸਰ E ਹੈ, ਤਾਂ ਵੱਖਰੇ ਵੱਖਰੇ ਵੀ ਹੋ ਸਕਦੇ ਆ ਕੁਐਸਚਨ ਨੰਬਰ ਕਿ 18 ਦੇ ਵਿੱਚ ਇੱਕ ਆਪਸ਼ਨ 18 ਦੀ ਹੈ ਇੱਕ 19 ਦੀ ਹੈ, ਇਦਾਂ ਵੀ ਹੋ ਸਕਦਾ ਕਿ 18 ਦੀਆਂ ਹੀ 2 ਆਪਸ਼ਨਸ ਨੇ। ਤਾਂ ਇੱਥੇ ਕੀ ਹੋ ਸਕਦਾ ਹੈ ਚੂਜ਼ 2 ਆਨਸਰਸ ਜਾਂ ਫਿਰ ਡਾਇਰੈਕਟਲੀ ਤੁਹਾਡੇ ਕੋਲੇ ਵੱਖਰੇ ਵੱਖਰੇ ਕੁਐਸਚਨਸ ਹੋਣਗੇ। ਉਸ ਤੋਂ ਬਾਅਦ ਚੂਜ਼ 3 ਆਨਸਰਸ। ਤਾਂ ਹੁਣ ਕੀ ਹੁੰਦਾ ਹੈ ਇਹਦੇ ਵਿੱਚ ਮੰਨ ਲਓ ਕਿਸੇ ਪਰਸਨ ਦੀ ਗੱਲ ਕਰ ਰਹੇ ਆ ਤੁਹਾਡੇ ਪੈਰਾਗ੍ਰਾਫ ਦੇ ਵਿੱਚ ਤੇ ਉਸ ਪਰਸਨ ਦੀਆਂ ਕਰੈਕਟਰਿਸਟਿਕਸ ਹੈਗੇ ਆ ਸਾਡੇ ਕੋਲੇ ਕਿ ਕੀ ਕਰੈਕਟਰਿਸਟਿਕਸ ਹੈਗੇ ਆ ਉਹ ਬੰਦੇ ਦੇ, ਤਾਂ ਉਹ ਕੀ ਹੈ ਤੁਹਾਨੂੰ ਉਹਨਾਂ ਨੇ ਆਪਸ਼ਨਸ ਦਿੱਤੀਆਂ ਹੋਣਗੀਆਂ ਕਿ ਇਹਨਾਂ ਚੋਂ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਆ ਸਹੀ ਹੈ ਉਸ ਪਰਸਨ ਦੇ ਰਿਗਾਰਡ ਦੇ ਵਿੱਚ। ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲੇ ਜਿਹੜਾ ਹੈਗਾ 3 ਆਨਸਰਸ ਜਿਹੜੇ ਹੈਗੇ ਆ ਉਹ ਆਪਾਂ ਕਲਿੱਕ ਕਰ ਮਤਲਬ ਟਿਕ ਕਰਨੇ ਹੁੰਦੇ ਆ ਅਕੋਰਡਿੰਗ ਟੂ ਦਾ ਰਿਕੁਆਇਰਮੈਂਟ। ਨੈਕਸਟ ਆਪਾਂ ਮੂਵ ਕਰਦੇ ਹਾਂ ਬੱਚੇ ਆਇਡੈਂਟੀਫਾਈਂਗ ਦਾ ਇਨਫੋਰਮੇਸ਼ਨ। ਤਾਂ ਤੁਹਾਨੂੰ 2 ਤਰ੍ਹਾਂ ਦੇ ਕੁਐਸਚਨ ਆਉਂਦੇ ਆ, ਯੈਸ ਨੋ ਨਾਟ ਗਿਵਨ ਤੇ ਟਰੂ ਫਾਲਸ ਨਾਟ ਗਿਵਨ। ਹੁਣ ਤੁਸੀਂ ਕਹੋਗੇ ਕਿ ਮੈਮ ਇਹ ਤਾਂ ਸੇਮ ਹੀ ਆ ਯੈਸ ਨੋ ਵਾਲੇ ਤੇ ਟਰੂ ਫਾਲਸ ਵਾਲੇ, ਨਹੀਂ ਇਹ ਸੇਮ ਨਹੀਂ ਹੈਗੇ। ਅਸਲ 'ਚ ਕੀ ਹੁੰਦਾ ਹੈ ਜਿਹੜੇ ਟਰੂ ਫਾਲਸ ਵਾਲੇ ਕੁਐਸਚਨ ਹੁੰਦੇ ਆ, ਟਰੂ ਫਾਲਸ ਵਾਲੇ ਕੁਐਸਚਨ ਬੇਸਿਕਲੀ ਉਹ ਕੁਐਸਚਨਸ ਹੁੰਦੇ ਆ ਜਿਹਦੇ 'ਚ ਉਹਨਾਂ ਨੇ ਤੁਹਾਨੂੰ ਇੱਕ ਲਾਈਨ ਦਿੱਤੀ ਹੈ, ਉਸ ਲਾਈਨ ਦੀ ਤੁਸੀਂ ਅਸੈਂਸ ਨੂੰ ਸਮਝੋਗੇ ਕਿ ਇਹਦੇ ਵਿੱਚ ਕਿਆ ਕੀ ਗਿਆ ਆ ਐਂਡ ਦੈਨ ਯੂ ਵਿਲ ਆਨਸਰ ਦਾ ਕੁਐਸਚਨ। ਯੈਸ ਨੋ ਵਾਲੇ ਜਿਹੜੇ ਕੁਐਸਚਨਸ ਹੁੰਦੇ ਆ ਉਹਨਾਂ ਨੇ ਤੁਹਾਨੂੰ ਡਾਇਰੈਕਟ ਸਟੇਟਮੈਂਟ ਦਿੱਤੀ ਹੈ ਕਿ ਹਾਂਜੀ ਇਦਾਂ ਹੋ ਰਿਹਾ ਆ ਜਾਂ ਇਦਾਂ ਨਹੀਂ ਹੋ ਰਿਹਾ। ਤਾਂ ਟਰੂ ਫਾਲਸ ਵਾਲੇ ਆਈਡ ਸੇ ਕਿ ਥੋੜੇ ਜਿਹੇ ਜ਼ਿਆਦਾ ਡਿਫਿਕਲਟ ਹੁੰਦੇ ਆ ਐਜ਼ ਕੰਪੇਅਰ ਟੂ ਯੈਸ ਨੋ, ਕਿਉਂਕਿ ਯੈਸ ਨੋ ਦੇ ਵਿੱਚ ਤੁਹਾਨੂੰ ਡਾਇਰੈਕਟ ਉਹਨਾਂ ਨੇ ਸਹੀ ਆਨਸਰ ਦਿੱਤਾ ਹੋਇਆ ਕਿ ਇਦਾਂ ਹੈਗਾ ਜਾਂ ਨਹੀਂ ਹੈਗਾ, ਸਿੱਧਾ ਤੁਸੀਂ ਲਾਈਨ ਪੜ੍ਹ ਕੇ ਗੈਸ ਕਰੋਗੇ। ਬਟ ਟਰੂ ਫਾਲਸ ਕਈ ਵਾਰ ਕੀ ਹੁੰਦਾ ਕਿਸੇ ਇੱਕ ਕੁਐਸਚਨ ਦਾ ਆਨਸਰ ਲੱਭਣ ਲਈ ਤੁਹਾਨੂੰ ਪੂਰਾ ਇੰਟਾਇਰ ਪਹਿਲਾਂ ਰੀਡ ਕਰਕੇ ਉਹਦਾ ਅਸੈਂਸ ਕੱਢਣਾ ਪੈਂਦਾ ਤੇ ਉਸ ਤੋਂ ਬਾਅਦ ਵੀ ਨੀਡ ਟੂ ਆਨਸਰ ਕਿ ਹਾਂ ਇਹ ਚੀਜ਼ ਸਹੀ ਹੈਗੀ ਆ ਕਿ ਨਹੀਂ ਹੈਗੀ। ਤਾਂ ਜੇ ਤਾਂ ਸਾਡੀ ਗਿਵਨ ਸਟੇਟਮੈਂਟ ਸਹੀ ਹੈ ਰਾਈਟ ਹੈਗੀ ਆ ਤਾਂ ਉਸ ਕੇਸ ਦੇ ਵਿੱਚ ਤੁਸੀਂ ਯੈਸ ਆਨਸਰ ਕਰ ਦੋਗੇ। ਅਗਰ ਉਹ ਚੀਜ਼ ਤੁਹਾਡੀ ਜਿਹੜੀ ਦਿੱਤੀ ਗਈ ਆ ਉਹ ਗਲਤ ਆ ਰੋਂਗ ਆ ਤਾਂ ਉੱਥੇ ਆਪਾਂ ਜਿਹੜਾ ਹੈਗਾ ਨੋ ਜਾਂ ਫਾਲਸ ਆਨਸਰ ਕਰਾਂਗੇ। ਇਨ ਕੇਸ ਉਸ ਇਨਫੋਰਮੇਸ਼ਨ ਦਾ ਇੱਕ ਸੈਕਸ਼ਨ ਤੁਹਾਨੂੰ ਦਿੱਤਾ ਹੀ ਨਹੀਂ ਗਿਆ ਤਾਂ ਉਸ ਕੇਸ ਦੇ ਵਿੱਚ ਆਪਾਂ ਕਾਹਦੇ ਨਾਲ ਮੂਵ ਕਰਾਂਗੇ, ਨਾਟ ਗਿਵਨ ਦੇ ਵਿੱਚ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਦੀਆਂ ਡਿਟੇਲਸ ਵੀਡੀਓ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਪੋਸਟ ਕਰਾਂਗੇ, ਸੋ ਯੂ ਕੈਨ ਚੈੱਕ ਦੋਸ ਵੀਡੀਓਜ਼। ਉਸ ਤੋਂ ਬਾਅਦ ਆ ਗਿਆ ਰਾਜੇ ਆਪਣੇ ਕੋਲੇ ਮੈਚਿੰਗ ਦਾ ਇਨਫੋਰਮੇਸ਼ਨ। ਤਾਂ ਮੈਚਿੰਗ ਦਾ ਇਨਫੋਰਮੇਸ਼ਨ ਦੇ ਵਿੱਚ ਕੀ ਹੁੰਦਾ ਆ ਕਿ ਤੁਹਾਨੂੰ ਕੋਈ ਸਪੈਸੀਫਿਕ ਟਾਈਪ ਦੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਤੇ ਉਹ ਇਨਫੋਰਮੇਸ਼ਨ ਨੂੰ ਅਸੀਂ ਮੈਚ ਕਰਨਾ ਹੈਗਾ ਸਾਡੇ। ਨੈਕਸਟ ਆ ਗਿਆ ਰਾਜੇ ਤੁਹਾਡੇ ਕੋਲੇ ਨੋਟਸ, ਸਮਰੀ, ਟੇਬਲ ਜਾਂ ਫਲੋ ਚਾਰਟ ਕੰਪਲੀਸ਼ਨ। ਤੇ ਇਹਦੇ ਚ ਕੀ ਹੈ ਤੁਹਾਡੇ ਕੋਲੇ ਮੰਨ ਲਓ 31 to 40 ਕੁਐਸਚਨਸ ਨੇ ਜਿਹਦੇ ਚ ਫਿਲ ਇਨ ਦਾ ਬਲੈਂਕਸ ਨੇ ਜਾਂ ਇੱਕ ਟੇਬਲ ਦਿੱਤਾ ਹੋਇਆ, ਤਾਂ ਉਸ ਟੇਬਲ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਹਨੂੰ ਕੰਪਲੀਟ ਕਰਨਾ ਆ ਸੁਟੇਬਲ ਵਰਡ ਔਰ ਵਰਡਸ। ਤਾਂ ਹੁਣ ਮੰਨ ਲਓ ਉਹਨਾਂ ਨੇ ਤੁਹਾਨੂੰ ਕਿਹਾ ਹੈਗਾ no less than 2 words
ਜਾਂ ਫਿਰ ਉਹਨਾਂ ਨੇ ਵਰਡ ਕਿਹਾ ਹੈਗਾ ਲੈਸ ਦੈਨ 2 words। ਜਾਂ ਫਿਰ ਉਹਨਾਂ ਨੇ ਕਿਹਾ ਆ ਯੂਜ਼ ਅ ਨੰਬਰ ਔਰ ਅ ਵਰਡ। ਤਾਂ ਹੁਣ ਆਪਾਂ ਇਹਨਾਂ ਜਿਹੜੀ ਤੁਹਾਡੀ ਉਹਨਾਂ ਨੇ ਕੁਐਸਚਨ ਦੀ ਡਿਸਕ੍ਰਿਪਸ਼ਨ ਦਿੱਤੀ ਆ ਉਹਦੇ ਹਿਸਾਬ ਨਾਲ ਅਸੀਂ ਸਟੇਟਮੈਂਟਸ ਨੂੰ ਜੱਜ ਕਰਨਾ ਆ। ਜਿਵੇਂ ਆਹ ਕੁਐਸਚਨ ਹੈ ਬੱਚੇ, ਯੂਜ਼ ਅ ਵਰਡ ਔਰ ਅ ਨੰਬਰ, ਤਾਂ ਜਾਂ ਤੇ ਅਸੀਂ ਨੰਬਰ ਲਿਖ ਕੇ ਆਵਾਂਗੇ ਜਾਂ ਤੇ ਅਸੀਂ ਵਰਡ ਲਿਖ ਕੇ ਆਵਾਂਗੇ। ਜੇ ਔਰ ਦੀ ਜਗ੍ਹਾ ਤੇ ਤੁਹਾਨੂੰ ਇਹਨਾਂ ਨੇ ਇਦਾਂ ਕਹਿਤਾ ਯੂਜ਼ ਅ ਵਰਡ ਔਰ ਸਲੈਸ਼ ਐਂਡ ਅ ਨੰਬਰ, ਤਾਂ ਹੁਣ ਮੰਨ ਲਓ ਤੁਸੀਂ 6 ਜੁਲਾਈ ਲਿਖਣਾ ਹੈਗਾ, ਠੀਕ ਹੈ, ਤਾਂ 6 ਜੁਲਾਈ ਨੂੰ ਇਸ ਕੇਸ ਦੇ ਵਿੱਚ ਆਪਾਂ ਇਦਾਂ ਲਿਖ ਸਕਦੇ ਹਾਂ 6 ਜੁਲਾਈ, ਜਾਂ ਫਿਰ ਤੁਸੀਂ ਇਹਨੂੰ ਇਦਾਂ ਵੀ ਲਿਖ ਸਕਦੇ ਹੈਗੇ ਹੋ, ਠੀਕ ਹੈ। ਤਾਂ ਆਪਣੇ ਕੋਲੇ ਜਿਹੜਾ ਹੈਗਾ ਆਪਾਂ ਨੇ ਚੈੱਕ ਕਰਨਾ ਹੈਗਾ ਐਂਡ ਔਰ ਦੀ। ਹੁਣ ਦੇਖੋ ਅਗਰ ਉਹਨਾਂ ਨੇ ਇਹ ਕਿਹਾ ਯੂਜ਼ ਅ ਵਰਡ ਐਂਡ ਔਰ ਅ ਨੰਬਰ, ਹੁਣ ਜਿਹੜਾ ਬੱਚਾ ਇਦਾਂ 6 ਜੁਲਾਈ ਲਿਖ ਕੇ ਆਇਆ ਆ ਉਹਦਾ ਆਨਸਰ ਗਲਤ ਹੋਊਗਾ, ਕਾਰਨ ਉਹਨਾਂ ਨੇ ਕੀ ਕਿਹਾ ਜਾਂ ਤੇ ਇੱਕ ਵਰਡ ਯੂਜ਼ ਕਰੋ ਅਤੇ ਇੱਕ ਨੰਬਰ ਯੂਜ਼ ਕਰੋ। ਤਾਂ ਆ ਕੀ ਹੋ ਗਿਆ, ਇੱਕ ਵਰਡ ਹੋ ਗਿਆ ਇੱਕ ਨੰਬਰ ਹੋ ਗਿਆ, ਤਾਂ ਆ ਤੁਹਾਡਾ ਆਨਸਰ ਸਹੀ ਹੋਊਗਾ। ਜਿਹੜਾ ਬੱਚਾ 6 ਜੁਲਾਈ ਨੂੰ ਇਦਾਂ ਲਿਖ ਕੇ ਆਇਆ ਉਹਦਾ ਆਨਸਰ ਗਲਤ ਹੋਊਗਾ, ਰੀਜ਼ਨ ਬੀਇੰਗ ਉਹਨੇ 2 ਵਰਡਸ ਯੂਜ਼ ਕਰ ਲਏ। ਤਾਂ ਉਹ ਵਾਲੀ ਸਟੇਟਮੈਂਟ ਜਿਹੜੀ ਸਾਨੂੰ ਇੰਟਰੋਡਕਸ਼ਨ 'ਚ ਦਿੱਤੀ ਹੋਈ ਆ ਉਹ ਪੜ੍ਹਨੀ ਬੇहद ਜ਼ਰੂਰੀ ਹੈ, ਤਾਂ ਕਿ ਤੁਸੀਂ ਇਹ ਜੱਜ ਕਰ ਸਕੋ ਕਿ ਤੁਹਾਡਾ ਕੁਐਸਚਨ ਕਿਸ ਟਾਈਪ ਦਾ ਆ ਤੇ ਉਹ ਕੁਐਸਚਨ ਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਨਾ ਆ। ਨੈਕਸਟ ਅਗਰ ਆਪਾਂ ਗੱਲ ਕਰੀਏ ਬੱਚੇ ਲੇਬਲਿੰਗ ਦਾ ਡਾਇਗਰਾਮ ਹੈਗੀ ਆ, ਇਹਦੇ ਵਿੱਚ ਜਨਰਲੀ ਕੀ ਹੁੰਦਾ ਆ, ਮੰਨ ਲਓ ਤੁਹਾਨੂੰ ਫਲਾਈਂਗ ਵੀਲ ਦਿੱਤਾ ਹੋਇਆ ਜਾਂ ਤੁਹਾਨੂੰ ਕਿਸੇ ਨੇ ਜਿਹੜਾ ਹੈਗਾ ਪੈਰਾਸ਼ੂਟ ਦੀ ਸਟਰਕਚਰ ਦਿੱਤੀ ਹੋਈ ਹੈ, ਤਾਂ ਤੁਸੀਂ ਪੈਰਾਗ੍ਰਾਫ ਪੜ੍ਹ ਕੇ ਕਿਹੜੀ ਹਿੱਸਾ ਪੈਰਾਸ਼ੂਟ ਦਾ ਕਿਹੜਾ ਹਿੱਸਾ ਆ ਉਹ ਪੈਰਾਗ੍ਰਾਫ ਨੂੰ ਪੜ੍ਹ ਕੇ ਆਪਾਂ ਉਹਦੇ ਰਿਲੇਟਿਵ ਜਿਹੜੇ ਹੈਗੇ ਆ ਆਨਸਰ ਮਾਰਕ ਕਰਨੇ ਹੁੰਦੇ ਆ, ਠੀਕ ਹੈ। ਔਰ ਇਹਦੇ ਵਿੱਚ ਵੀ ਆਪਾਂ ਨੂੰ ਧਿਆਨ ਦੇਣਾ ਹੁੰਦਾ ਹੈ ਉਹਨਾਂ ਨੇ ਕੀ ਯੂਜ਼ ਕੀਤਾ, ਯੂਜ਼ ਸੇ 2 numbers, ਤਾਂ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਨੰਬਰਸ ਹੀ ਯੂਜ਼ ਕਰੋਗੇ। ਜੇ ਉਹਨਾਂ ਨੇ ਤੁਹਾਨੂੰ ਵਰਡਸ ਦੀ ਆਪਸ਼ਨ ਦਿੱਤੀ ਹੈ ਤਾਂ ਆਪਾਂ ਉਹਨਾਂ ਨੂੰ ਵਰਡਸ ਦੇ ਕੰਟੈਕਸਟ ਦੇ ਵਿੱਚ ਯੂਜ਼ ਕਰਾਂਗੇ, ਤੇ ਜੇ ਉਹਨਾਂ ਨੇ ਕਿਹਾ ਨੰਬਰ ਐਂਡ ਅ ਵਰਡ ਤਾਂ ਫਿਰ ਤੁਸੀਂ ਜਿਹੜੀ ਹੈਗੀ ਆ ਇਦਾਂ ਦਾ ਮਿਕਸਚਰ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਲਾਸਟ ਆਪਣੇ ਕੋਲੇ ਆ ਗਏ ਸ਼ਾਰਟ ਆਨਸਰ ਕੁਐਸਚਨਸ। ਸ਼ਾਰਟ ਆਨਸਰ ਕੁਐਸਚਨ ਕੁਝ ਨਹੀਂ ਹੁੰਦੇ, ਤੁਹਾਨੂੰ ਕੀ ਹੈਗਾ ਇੱਕ ਸਟੇਟਮੈਂਟ ਦਿੱਤੀ ਹੈ ਤੇ ਉਹਨਾਂ ਨੇ ਉਹਦਾ ਆਨਸਰ ਪੁੱਛਿਆ ਹੈਗਾ ਲਾਈਕ ਕਿ ਹਾਊ ਮੈਨੀ ਡੇਜ਼ ਰਾਮ ਸਪੈਂਡ ਇਨ ਔਨ ਵੈਕੇਸ਼ਨਸ, ਤਾਂ ਤੁਸੀਂ ਪੈਰਾਗ੍ਰਾਫਸ ਨੂੰ ਰੀਡ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਉਥੋਂ ਡਿਟੈਕਟ ਕਰਨ ਦੀ ਕੋਸ਼ਿਸ਼ ਕਰੋਗੇ ਕਿ ਕਿੰਨਾ ਟਾਈਮ ਉਹਨੇ ਸਪੈਂਡ ਕੀਤਾ, and then we will be answering our short answer question according to that। ਉਸ ਤੋਂ ਬਾਅਦ ਅਗਰ ਆਪਾਂ ਰਾਜੇ ਮੂਵ ਕਰੀਏ ਤੁਹਾਡੇ ਲਿਸਨਿੰਗ ਪੋਰਸ਼ਨ ਦੇ ਵਿੱਚ, ਅਨਲਾਈਕ ਰੀਡਿੰਗ, ਲਿਸਨਿੰਗ ਦੇ ਵਿੱਚ ਤੁਹਾਨੂੰ 30 ਮਿੰਟਸ ਮਿਲਦੇ ਆ ਤੁਹਾਡੀ ਲਿਸਨਿੰਗ ਨੂੰ ਸੁਣਨ ਵਾਸਤੇ ਤੇ 10 ਮਿੰਟ ਤੁਹਾਨੂੰ ਐਗਜ਼ਾਮ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ ਫॉर ਟ੍ਰਾਂਸਫਰਿੰਗ ਯੋਰ ਆਨਸਰਸ। ਸਾਨੂੰ ਪਤਾ ਹੈ ਰੀਡਿੰਗ ਦੇ ਵਿੱਚ ਸਾਨੂੰ ਟ੍ਰਾਂਸਫਰ ਟਾਈਮ ਨਹੀਂ ਮਿਲਦਾ, 60 ਮਿੰਟ ਦੇ ਵਿੱਚ ਹੀ ਤੁਸੀਂ ਆਨਸਰਸ ਨੂੰ ਲੱਭਣਾ ਵੀ ਹੈ ਤੇ ਲਿਖਣਾ ਵੀ ਹੈ। ਇੱਥੇ 30 ਮਿੰਟ ਦੇ ਵਿੱਚ ਯੂ ਵਿਲ ਬੀ ਰਾਈਟਿੰਗ ਯੋਰ ਆਨਸਰਸ ਔਨ ਦਾ ਆਨਸਰ ਸ਼ੀਟ, ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਤੁਹਾਨੂੰ ਪ੍ਰੋਵਾਈਡ ਕੀਤੀ ਹੋਏਗੀ ਵਿਲ ਬੀ ਟ੍ਰਾਂਸਫਰਿੰਗ ਆਵਰ ਆਨਸਰਸ ਟੂ ਦੈਟ। ਤੇ ਇਹਦੇ 'ਚ ਵੀ ਧਿਆਨ ਰੱਖਣਾ ਵੀ ਵਿਲ ਬੀ ਯੂਜ਼ਿੰਗ ਦਾ ਕੈਪੀਟਲ ਲੈਟਰਸ ਤਾਂ ਕਿ ਸਾਡਾ ਕੋਈ ਵੀ ਆਨਸਰ ਜਿਹੜਾ ਹੈਗਾ ਗਲਤ ਨਾ ਜਾਵੇ। ਨੈਕਸਟ ਆ ਗਿਆ ਆਪਣੇ ਕੋਲੇ ਤੁਹਾਡੀ ਲਿਸਨਿੰਗ ਜਿਹੜੀ ਹੈਗੀ ਆ ਰਾਜੇ ਉਹ ਸੇਮ ਹੁੰਦੀ ਆ ਫॉर ਜਰਨਲ ਐਂਡ ਐਕੈਡੈਮਿਕ ਸਟੂਡੈਂਟਸ। ਸਾਨੂੰ ਪਤਾ ਆ ਰੀਡਿੰਗ ਆਪਾਂ ਪਿੱਛੇ ਡਿਸਕਸ ਕੀਤਾ ਕਿ ਰੀਡਿੰਗ ਐਕੈਡੈਮਿਕ ਤੇ ਜਰਨਲ ਦੀਆਂ ਰਿਕੁਆਇਰਮੈਂਟਸ ਵੱਖਰੀਆਂ ਨੇ, ਤਾਂ ਕਰਕੇ ਉਹਨਾਂ ਦੀ ਰੀਡਿੰਗ ਵੀ ਵੱਖਰੀ ਆ, ਪਰ ਜਿਹੜੀ ਲਿਸਨਿੰਗ ਹੈਗੀ ਆ ਐਕੈਡੈਮਿਕ ਸਟੂਡੈਂਟਸ ਦੀ ਤੇ ਜਰਨਲ ਸਟੂਡੈਂਟਸ ਦੀ ਸੇਮ ਹੁੰਦੀ ਹੈਗੀ ਆ। ਉਸ ਤੋਂ ਬਾਅਦ ਅਗੇਨ ਜਸਟ ਲਾਈਕ ਰੀਡਿੰਗ ਆਪਣੇ ਕੋਲੇ 40 ਕੁਐਸਚਨਸ ਹੈ ਤੇ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਕਿਸੇ ਵੀ ਕੁਐਸਚਨ ਦੇ ਵਿੱਚ। ਨੈਕਸਟ ਆਪਣੇ ਕੋਲੇ 4 ਸੈਕਸ਼ਨਸ ਹੋਣਗੇ ਤੁਹਾਡੀ ਲਿਸਨਿੰਗ ਦਾ, ਸੈਕਸ਼ਨ A, ਸੈਕਸ਼ਨ B, ਸੈਕਸ਼ਨ C ਐਂਡ ਸੈਕਸ਼ਨ D। ਹਰ ਸੈਕਸ਼ਨ ਦੇ ਵਿੱਚ ਤੁਹਾਡੇ ਕੋਲੇ 10-10 ਸਵਾਲ ਹੋਣਗੇ ਤੇ ਹਰ ਸੈਕਸ਼ਨ ਜਿਹੜਾ ਹੈਗਾ ਪਿਛਲੇ ਸੈਕਸ਼ਨ ਤੋਂ ਵੱਖਰਾ ਹੋਏਗਾ। ਤਾਂ ਹੁਣ ਦੇਖੋ ਜਿਵੇਂ ਤੁਹਾਡਾ ਸੈਕਸ਼ਨ 1 ਐਂਡ 3 ਹੈ, ਤੁਹਾਡੇ ਪਹਿਲੇ ਸੈਕਸ਼ਨ ਦੇ ਵਿੱਚ ਤੇ ਤੁਹਾਡੇ ਤੀਜੇ ਸੈਕਸ਼ਨ ਦੇ ਵਿੱਚ ਇੱਕ ਕਨਵਰਸੇਸ਼ਨ ਹੋ ਰਹੀ ਹੋਏਗੀ। ਕਨਵਰਸੇਸ਼ਨ 2 ਲੋਕਾਂ 'ਚ ਵੀ ਹੋ ਸਕਦੀ ਹੈ, ਕਨਵਰਸੇਸ਼ਨ 3 ਲੋਕਾਂ 'ਚ ਵੀ ਹੋ ਸਕਦੀ ਹੈ, 4 'ਚ ਵੀ ਹੋ ਸਕਦੀ ਹੈ। ਤਾਂ ਜਦੋਂ ਤੁਸੀਂ ਉਹਨਾਂ ਦੀ ਆਵਾਜ਼ ਸੁਣੋਗੇ ਤੁਹਾਨੂੰ ਆਇਡੈਂਟੀਫਾਈ ਕਰਨਾ ਪਊਗਾ ਕਿ ਕਿਹੜਾ ਪਰਸਨ ਕਿਹੜੀ ਗੱਲ ਕਹਿ ਰਿਹਾ ਆ। ਸੈਕਸ਼ਨ 1 ਦੇ ਵਿੱਚ ਜਨਰਲੀ ਬੱਚੇ ਜਿਹੜੀ ਹੈਗੀ ਆ 2 ਲੋਕਾਂ ਦੀ ਕਨਵਰਸੇਸ਼ਨ ਹੁੰਦੀ ਹੈ ਕਿ ਮੰਨ ਲਓ ਕਿ ਕੋਈ ਪਰਸਨ ਹੈਗਾ ਜਿਹਨੇ ਆਪਣੀ ਕਾਰ ਵੇਚਣੀ ਹੈ ਤੇ ਉਹਨੇ ਜਿਹੜੀ ਹੈਗੀ ਆ ਕਾਰ ਕੰਪਨੀ ਨੂੰ ਫੋਨ ਕੀਤਾ ਤੇ ਫੋਨ ਤੇ ਜਿਹੜਾ ਪਰਸਨ ਗੱਲ ਕਰ ਰਿਹਾ ਹੈਗਾ ਫਰੋਮ ਦਾ ਕਾਰ ਕੰਪਨੀ ਐਂਡ ਦਾ ਪਰਸਨ ਹੂ ਵਾਂਟ ਟੂ ਸੈਲ ਹਿਸ ਕਾਰ, ਉਹਨਾਂ ਦੋਨਾਂ ਦੀ ਕਨਵਰਸੇਸ਼ਨ ਹੈ।
ਤਾਂ ਉਹਦੇ 'ਚ ਕੀ ਉਹ ਕਾਰ ਦੀਆਂ ਕੁਆਲਿਟੀਜ਼, ਕਾਰ ਦੀ ਮਾਈਲੇਜ ਵਗੈਰਾ ਡਿਸਕਸ ਕਰ ਰਹੇ ਆ। ਤਾਂ ਆਪਣੇ ਕੋਲੇ ਦੋ ਪਰਸਨ ਨੇ ਜਿਹੜੇ ਡਿਸਕਸ਼ਨ ਕਰ ਰਹੇ ਆ, ਇੱਕ ਕਨਵਰਸੇਸ਼ਨ ਕਰ ਰਹੇ ਆ ਤੇ ਆਪਾਂ ਉਹਨਾਂ ਦੀ ਗੱਲ ਨੂੰ ਸੁਣ ਕੇ ਜਿਹੜਾ ਹੈਗਾ ਆਨਸਰਸ ਕਰਨੇ ਆ। ਜਿਹੜਾ ਰਾਜੇ ਤੁਹਾਡੇ ਕੋਲੇ ਸੈਕਸ਼ਨ ਸੀ ਹੁੰਦਾ ਹੈਗਾ, ਮਤਲਬ ਤੁਹਾਡਾ ਥਰਡ ਸੈਕਸ਼ਨ ਹੈਗਾ, ਸੈਕਸ਼ਨ ਸੀ ਦੇ ਵਿੱਚ ਜਨਰਲੀ ਆਪਣੇ ਕੋਲੇ 3 ਲੋਕਾਂ ਦੀ ਕਨਵਰਸੇਸ਼ਨ ਹੁੰਦੀ ਹੈ। ਇਹ 4 ਦੀ ਵੀ ਹੋ ਸਕਦੀ ਹੈ, ਬਟ ਮੋਸਟ ਆਫ ਦਾ ਟਾਈਮ 3 ਲੋਕਾਂ ਦੀ ਹੁੰਦੀ ਹੈ। ਮੰਨ ਲਓ 3 ਸਟੂਡੈਂਟਸ ਨੇ ਜਿਨ੍ਹਾਂ ਨੂੰ ਕੋਈ ਗਰੁੱਪ ਪ੍ਰੋਜੈਕਟ ਮਿਲਿਆ ਤੇ ਉਹ ਗਰੁੱਪ ਪ੍ਰੋਜੈਕਟ ਡਿਸਕਸ ਕਰ ਰਹੇ ਵੀ ਆਪਾਂ ਗਰੁੱਪ ਪ੍ਰੋਜੈਕਟ ਕਿਵੇਂ ਕਰਾਂਗੇ, ਤਾਂ ਉਹ ਜਿਹੜੀ ਕਨਵਰਸੇਸ਼ਨ ਹੈਗੀ ਆ ਉਹ ਥਰਡ ਸੈਕਸ਼ਨ ਦੇ ਵਿੱਚ ਹੁੰਦੀ ਹੈ। ਤੇ ਇੱਥੇ ਇਹ ਆਇਡੈਂਟੀਫਾਈ ਕਰਨਾ ਕਿ ਕਿਹੜੇ ਪਰਸਨ ਨੇ ਕਿਹੜੀ ਗੱਲ ਕਹੀ ਆ ਬੇਹੱਦ ਜ਼ਰੂਰੀ ਹੈਗਾ। ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਆਪਣੇ ਕੋਲੇ ਸੈਕਸ਼ਨ ਬੀ ਐਂਡ ਸੈਕਸ਼ਨ ਡੀ। ਸੈਕਸ਼ਨ ਬੀ ਤੇ ਸੈਕਸ਼ਨ ਡੀ ਦੇ ਵਿੱਚ ਜਨਰਲੀ ਇੱਕ ਹੀ ਪਰਸਨ ਗੱਲ ਕਰ ਰਿਹਾ ਹੁੰਦਾ। ਮੰਨ ਲਓ ਕੋਈ ਲੈਕਚਰਰ ਹੈਗਾ, ਉਹ ਓਸ਼ਨਸ ਦੇ ਉੱਤੇ ਕੋਈ ਲੈਕਚਰ ਦੇ ਰਿਹਾ ਤੇ ਉਹ ਥਰੂ ਆਊਟ ਦਾ ਲੈਕਚਰ ਜਿਹੜਾ ਹੈਗਾ ਉਹਨੇ ਕਿਹੜੀਆਂ ਗੱਲਾਂ ਓਸ਼ਨਸ ਬਾਰੇ ਕਹੀਆਂ ਨੇ, ਉਹਨਾਂ ਤੋਂ ਸੁਣ ਕੇ ਤੁਸੀਂ ਫਿਲਿੰਗ ਦਾ ਬਲੈਂਕਸ ਜਿਹੜੀਆਂ ਹੈਗੀਆਂ ਫਿਲ ਕਰਨੀਆਂ ਹੁੰਦੀਆਂ। ਡੀ ਸੈਕਸ਼ਨ ਦੇ ਵਿੱਚ ਜਨਰਲੀ ਬੱਚੇ ਜਿਹੜੇ ਹੈਗੇ ਆ ਵਨ ਵਰਡ ਕੁਐਸਚਨਸ ਆਉਂਦੇ ਆ, ਮਤਲਬ ਤੁਸੀਂ ਕੀ ਹੈਗਾ ਤੁਸੀਂ ਇੰਟਾਇਰ ਟਾਕ ਨੂੰ ਸੁਣਨਾ ਆ, ਉਹ ਟਾਕ ਨੂੰ ਸੁਣਨ ਤੋਂ ਬਾਅਦ ਤੁਸੀਂ ਕਿ ਇਸ ਬੰਦੇ ਨੇ ਕਿਸ ਪਾਰਟਿਕੂਲਰ ਟੌਪਿਕ ਤੇ ਕਿਹੜੀ ਗੱਲ ਕਹੀ ਆ ਉਹ ਵਨ ਵਰਡ ਦੇ ਵਿੱਚ ਆਪਾਂ ਨੇ ਆਨਸਰ ਕਰਨਾ ਹੁੰਦਾ। ਤੇ ਇਹਦੇ ਵਿੱਚ ਕੋਈ ਸਿਨੋਨਿਮਸ ਵਗੈਰਾ ਜਿਹੜੇ ਹੈਗੇ ਆ ਆਪਾਂ ਨੂੰ ਉਹ ਪਰਸਨ ਯੂਜ਼ ਕਰੂਗਾ, ਠੀਕ ਹੈ। ਤਾਂ ਆਪਾਂ ਉਹਨਾਂ ਸਿਨੋਨਿਮਸ ਦਾ ਮਤਲਬ ਕੱਢਣਾ ਆ, ਬਟ ਆਨਸਰ ਤੁਹਾਨੂੰ ਐਗਜ਼ੈਕਟ ਦਿੱਤਾ ਹੋਊਗਾ ਤਾਂ ਆਨਸਰ ਦਾ ਤੁਸੀਂ ਸਿਨੋਨਿਮ ਨਹੀਂ ਕਰਨਾ ਹੈਗਾ, ਆਨਸਰ ਐਜ਼ ਇਟ ਇਜ਼ ਹੋਊਗਾ, ਬਟ ਉਹਦੀ ਅੱਗੇ ਵਾਲੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਬਸ ਸਪੀਕਰ ਹੈਗਾ ਆ ਉਹ ਕੀ ਆ ਉਹ ਸਿਨੋਨਿਮਸ ਯੂਜ਼ ਕਰ ਸਕਦਾ। ਸੋ ਵੀ ਨੀਡ ਟੂ ਬੀ ਵੈਰੀ ਕੇਅਰਫੁਲ ਕਿ ਕਦੋਂ ਉਹ ਕਿਹੜੀ ਗੱਲ ਕਹਿ ਰਿਹਾ ਆ। ਤੇ ਲਿਸਨਿੰਗ ਦੇ ਵਿੱਚ ਇਹ ਚੀਜ਼ ਬਹੁਤ ਇੰਪੋਰਟੈਂਟ ਹੈਗੀ ਆ ਸਾਰੇ ਸਟੂਡੈਂਟਸ ਵਾਸਤੇ ਕਿ ਮੰਨ ਲਓ ਤੁਹਾਡੇ ਕੁਐਸਚਨਸ 5 6 7 ਸਕਿਪ ਹੋ ਗਏ ਹਨਾ, ਸੋ ਦੇ ਆਰ ਨਾਟ ਕਮਿੰਗ ਬੈਕ, ਤਾਂ ਆਪਾਂ ਜਿਹੜਾ ਹੈਗਾ 8th ਕੁਐਸਚਨ ਦੇ ਉੱਤੇ ਹੀ ਫੋਕਸ ਕਰਨਾ ਆ। ਰੀਜ਼ਨ ਬੀਇੰਗ ਜਿਹੜੇ ਐਕੈਡੈਮਿਕ ਸਟੂਡੈਂਟਸ ਨੇ ਰਾਜੇ ਉਹਨਾਂ ਨੂੰ ਬੇਸਿਕਲੀ ਰਿਕੁਆਇਰਮੈਂਟ ਹੁੰਦੀ ਹੈ 6 ਬੈਂਡਸ ਦੀ, ਜਿਹੜੇ ਕਿ ਆ ਜਾਂਦੇ ਆ 23 ਮਾਰਕਸ ਤੇ। ਤਾਂ ਮਤਲਬ ਤੁਹਾਡੇ ਕੋਲ 17 ਆਪਸ਼ਨਾਂ ਹੈਗੀਆਂ ਗਲਤ ਕਰਨ ਦੀਆਂ, ਤਾਂ 1-2 ਕੁਐਸਚਨ ਅਗਰ ਤੁਹਾਡੇ ਸਕਿਪ ਵੀ ਹੋ ਗਏ ਤਾਂ ਆਪਾਂ ਨਾਲ ਦੀ ਨਾਲ ਨੈਕਸਟ ਸੈਕਸ਼ਨ ਤੇ ਮੂਵ ਕਰਦੇ ਰਹਿਣਾ ਹੈ ਤੇ ਰੁਕਣਾ ਨਹੀਂ ਹੈਗਾ ਕਿਤੇ ਵੀ। ਸਿਮਿਲਰ ਫॉर ਦਾ ਰੀਡਿੰਗ, ਮੰਨ ਲਓ ਕੋਈ ਬੱਚਾ ਹੈਗਾ ਜਿਹਨੂੰ ਫਿਲਿੰਗ ਦਾ ਬਲੈਂਕਸ ਦੇ ਵਿੱਚ ਸਿਨੋਨਿਮਸ ਨਹੀਂ ਆ ਰਹੇ, ਕਿ ਉਹਨੂੰ ਕਲੀਅਰ ਹੀ ਨਹੀਂ ਹੋ ਰਿਹਾ ਕਿ ਕਿਹੜੇ ਸਿਨੋਨਿਮਸ ਨੇ ਜਾਂ ਮੈਂ ਕਿੱਦਾਂ ਇਹਨਾਂ ਨੂੰ ਯੂਜ਼ ਕਰਾਂ ਫਿਲਿੰਗ ਦਾ ਬਲੈਂਕਸ ਦੇ ਵਿੱਚ ਇਨ ਹਿਸ ਰੀਡਿੰਗ, ਤਾਂ ਉਹ ਕੀ ਕਰੂਗਾ, ਉਹ ਰੀਡਿੰਗ ਵਾਲੇ ਜਿਹੜੇ ਉਹ 4 ਕੁਐਸਚਨਸ ਹੈਗੇ ਹੀ ਵਿਲ ਸਕਿਪ ਦੈਟ ਕੁਐਸਚਨਸ। ਰੀਜ਼ਨ ਬੀਇੰਗ ਕਿਉਂਕਿ ਬੱਚੇ ਕੀ ਕਰਦੇ ਆ ਫਸਟ ਪੈਰਾਗ੍ਰਾਫ ਜਾਂ ਸੈਕੰਡ ਪੈਰਾਗ੍ਰਾਫ ਤੇ ਇੰਨੇ ਜ਼ਿਆਦਾ ਫੋਕਸਡ ਹੋ ਜਾਂਦੇ ਆ ਕਿ ਉਹ ਥਰਡ ਪੈਰਾਗ੍ਰਾਫ ਅਟੈਂਪਟ ਹੀ ਨਹੀਂ ਕਰ ਪਾਉਂਦੇ। ਆਪਣਾ ਮੈਕਸਿਮਮ ਟਾਈਮ ਇਸ ਚੀਜ਼ ਨੂੰ ਡਿਵੋਟ ਕਰਨਾ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਅਟੈਂਪਟ ਕਰੀਏ, ਕਿਉਂਕਿ ਨੈਗੇਟਿਵ ਮਾਰਕਿੰਗ ਹੈਗੀ ਨਹੀਂ, ਸੋ ਜ਼ਿਆਦਾ ਆਨਸਰ ਲਿਖਣ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣ ਲੱਗਾ। ਬਟ ਟਰਾਈ ਕਰਨਾ ਹੈਗਾ ਕਿ ਜਿਹੜਾ ਸੈਕਸ਼ਨ ਤੁਹਾਡੇ ਲਈ ਸਭ ਤੋਂ ਜ਼ਿਆਦਾ ਡਿਫਿਕਲਟ ਹੈ ਕੀਪ ਇਟ ਟੂ ਦਾ ਲਾਸਟ। ਮੰਨ ਲਓ ਬੀ ਪੈਰਾਗ੍ਰਾਫ ਆਇਆ ਮੈਨੂੰ ਹਨਾ, ਤੇ ਬੀ ਪੈਰਾਗ੍ਰਾਫ 'ਚ ਹੈਡਿੰਗਸ ਵੀ ਆ ਗਈਆਂ, ਫਿਲਿੰਗ ਦਾ ਬਲੈਂਕਸ ਵੀ ਆ ਗਈਆਂ, ਮੈਨੂੰ ਪਤਾ ਇਹ ਮੇਰੀ ਨੈਗੇਟਿਵ ਚੀਜ਼ ਹੈ ਮੈਂ ਨਹੀਂ ਕਰ ਸਕਦੀ, ਤਾਂ ਵਟ ਆਈ ਵਿਲ ਡੂ ਆਈ ਵਿਲ ਮੂਵ ਟੂ ਦਾ ਸੈਕਸ਼ਨ ਸੀ ਕਿ ਉਹ ਸੈਕਸ਼ਨ ਸੌਖਾ ਆ, ਪਹਿਲਾਂ ਮੈਂ ਉਹਨੂੰ ਕਵਰ ਕਰ ਲਾਂ ਦੈਨ ਆਈ ਵਿਲ ਮੂਵ ਟੂ ਦਾ ਸੈਕਸ਼ਨ ਬੀ। ਤਾਂ ਸਿਮਿਲਰਲੀ ਲਿਸਨਿੰਗ ਦੇ ਵਿੱਚ ਇਫ ਯੂ ਸਕਿਪ ਐਨੀ ਕੁਐਸਚਨਸ ਆਪਾਂ ਜਿਹੜਾ ਹੈਗਾ ਵੀ ਵਿਲ ਮੂਵ ਟੂ ਦਾ ਨੈਕਸਟ ਕੁਐਸਚਨ, ਤਾਂ ਉੱਥੇ ਤੁਸੀਂ ਐਂਡ ਤੇ ਬੈਠ ਕੇ ਗੈਸ ਲਗਾ ਸਕਦੇ ਹੋ ਕਿ ਕੀ ਆਨਸਰ ਹੋ ਸਕਦਾ, ਬਟ ਵੀ ਵਿਲ ਨਾਟ ਬੀ ਸਟਾਪਿੰਗ ਕਿ ਹਾਂ ਮੇਰੇ ਆ ਕੁਐਸਚਨ ਰਹਿ ਗਏ ਤੇ ਮੇਰੇ ਤੋਂ ਕੁਐਸਚਨ ਪੇਪਰ ਹੋਣਾ ਨਹੀਂ ਆ। ਐਜ਼ ਯੂ ਨੋ ਕਿ ਤੁਹਾਡੇ ਕੋਲ 17 ਗਲਤੀਆਂ ਕਰਨ ਦੀ ਫੁੱਲ ਫਲੈਜ ਆਪਸ਼ਨ ਹੈਗੀ ਆ। ਅੱਗੇ ਆਪਾਂ ਮੂਵ ਕਰੀਏ ਤਾਂ ਤੁਹਾਡੇ ਲਿਸਨਿੰਗ ਦੇ ਕੁਐਸਚਨਸ ਦੇ ਵਿੱਚ ਲਿਸਨਿੰਗ ਦੇ ਕੁਐਸਚਨ ਬੱਚੇ ਰੀਡਿੰਗ ਦੀ ਤਰ੍ਹਾਂ ਹੀ ਤੁਹਾਡੇ ਕੋਲੇ ਸਮਰੀ ਟੇਬਲ ਜਾਂ ਫਲੋ ਚਾਰਟ ਹੋ ਸਕਦਾ ਆ। ਹੁਣ ਇਹਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ 1 ਵਰਡ ਹੋ ਸਕਦਾ ਆ ਜਾਂ ਫਿਰ 2 ਵਰਡਸ ਹੋ ਸਕਦਾ ਆ, ਜਾਂ ਫਿਰ ਉਹ ਇਦਾਂ ਵੀ ਕਹਿ ਸਕਦੇ ਆ 2 ਵਰਡਸ ਔਰ ਅ ਨੰਬਰ, ਜਾਂ ਫਿਰ ਲਾਸਟ ਆਪਸ਼ਨ ਕੀ ਹੋ ਸਕਦੀ ਆ ਆਪਾਂ ਨੂੰ ਕਹਿਣ 2 words and a number। ਤਾਂ ਇਸ ਕੇਸ ਦੇ ਵਿੱਚ ਧਿਆਨ ਰੱਖਣਾ ਹੈ, ਹੁਣ ਜੇ 6 ਜੁਲਾਈ ਲਿਖੀ ਹੈ ਤਾਂ ਜਿਹੜਾ ਬੱਚਾ 6 ਜੁਲਾਈ ਏਦਾਂ ਲਿਖ ਕੇ ਆਊਗਾ ਉਹਦਾ ਸਹੀ ਹੋਊਗਾ, ਕਿਉਂ? ਕਿਉਂਕਿ ਆਪਾਂ 2 words ਹੈਗੇ ਆ ਆਪਣੇ ਕੋਲੇ, ਠੀਕ ਹੈ। ਤੇ ਇਸ ਕੇਸ ਦੇ ਵਿੱਚ ਜਿਵੇਂ ਆਪਾਂ ਨੂੰ ਕਿਹਾ 2 words and a number, ਤਾਂ ਤੁਸੀਂ ਇਹਨੂੰ ਏਦਾਂ ਵੀ ਲਿਖ ਸਕਦੇ ਹੋ 6 ਜੁਲਾਈ, ਮਤਲਬ 6 ਦੀ ਜਗ੍ਹਾ 6 ਐਜ਼ ਇਟ ਇਜ਼ ਤੇ ਜੁਲਾਈ, ਕਿਉਂ? ਕਿਉਂਕਿ ਆਪਾਂ ਇੱਕ ਨੰਬਰ ਨੂੰ ਯੂਜ਼ ਕਰ ਸਕਦੇ ਹਾਂ। ਤਾਂ ਉੱਥੇ ਐਂਡ ਆਪਸ਼ਨ ਆਈ ਆ, ਔਰ ਆਪਸ਼ਨ ਆਈ ਆ, ਜਾਂ ਦੋਨੋਂ ਹੀ ਸਲੈਸ਼ ਦੇ ਵਿੱਚ ਆਈਆਂ, ਉਹਨਾਂ ਦਾ ਧਿਆਨ ਰੱਖਣਾ, ਉਹਦੇ ਅਕੋਰਡਿੰਗ ਆਪਣਾ ਆਨਸਰ ਵੇਰੀ ਕਰ ਸਕਦਾ ਹੈਗਾ। ਉਸ ਤੋਂ ਬਾਅਦ ਆ ਗਿਆ ਰਾਜੇ ਸੈਂਟੈਂਸ। ਕੋਈ ਵੀ ਫਿਲਿੰਗ ਦਾ ਬਲੈਂਕਸ ਦਿੱਤੀ ਹੋਊਗੀ ਤੇ ਆਪਾਂ ਵਰਡ ਲਿਮਿਟ ਦਿੱਤੀ ਆ, ਜਿਵੇਂ ਆਪਾਂ ਇੱਥੇ ਕਿਹਾ 2 words ਹੈਗੀ ਆ, ਤਾਂ ਤੁਸੀਂ ਵਰਡ ਲਿਮਿਟ ਦੇ ਹਿਸਾਬ ਨਾਲ ਉਹਨੂੰ ਫਿਲ ਕਰਨਾ ਹੈਗਾ।
ਸ਼ਾਰਟ ਆਨਸਰ ਕੁਐਸਚਨਸ ਹੈਗੇ ਆ। ਸ਼ਾਰਟ ਆਨਸਰ ਕੁਐਸਚਨ ਕੀ ਹੋ ਗਏ ਕਿ ਇੱਕ ਸ਼ਬਦ ਚੱਕਿਆ ਹੈਗਾ ਟੈਕਸਟ ਦੇ ਵਿੱਚੋਂ, ਠੀਕ ਹੈ, ਸੌਰੀ ਵਰਡ ਨਹੀਂ, ਆਮ ਸੌਰੀ, ਸ਼ਾਰਟ ਆਨਸਰ ਕੁਐਸਚਨਸ ਕੀ ਹੋ ਗਏ ਕਿ ਤੁਹਾਨੂੰ ਉਹਨਾਂ ਨੇ ਇੱਕ ਟੈਕਸਟ ਦਿੱਤਾ ਹੋਇਆ ਹੈਗਾ ਤੇ ਐਂਡ ਦੇ ਉੱਤੇ ਪੁੱਛਿਆ ਹੈਗਾ ਕਿ ਪਰਸਨ ਕਿਹੜੇ ਪਰਸਨ ਨੇ ਇਹ ਗੱਲ ਕਹੀ ਹੈਗੀ ਆ, ਤਾਂ ਉੱਥੇ ਤੁਹਾਡੇ ਕੋਲੇ 3 ਸਟੇਟਮੈਂਟਸ ਆ ਗਈਆਂ, ਯੂ ਵਿਲ ਬੀ ਆਨਸਰਿੰਗ ਦੈਟ ਕੁਐਸਚਨ। ਓਕੇ ਜੀ, ਨੈਕਸਟ ਸੈਕਸ਼ਨ ਹੈ ਆਪਣੇ ਕੋਲੇ ਰਾਈਟਿੰਗ ਸੈਕਸ਼ਨ। ਰਾਈਟਿੰਗ ਸੈਕਸ਼ਨ ਦੇ ਵਿੱਚ ਤੁਹਾਡੇ ਕੋਲੇ ਓਵਰਆਲ ਟਾਈਮ ਹੋਵੇਗਾ 60 ਮਿੰਟ ਦਾ, ਜਿਹਦੇ ਵਿੱਚ ਅਸੀਂ ਟਾਸਕ 1 ਤੇ ਟਾਸਕ 2 ਦੋਨੋਂ ਰਾਈਟ ਆਊਟ ਕਰਨੇ ਹੈਗੇ ਆ। ਸੋ ਜਨਰਲੀ ਬੱਚੇ ਕੀ ਕਰਦੇ ਆ, ਜਿਹੜਾ ਟਾਸਕ 1 ਹੈਗਾ ਆ, ਟਾਸਕ 1 ਦੇ ਲਈ ਅਸੀਂ ਅਪਰੋਕਸੀਮੇਟਲੀ 20 ਮਿੰਟਸ ਦਿੰਨੇ ਆ। ਟਾਸਕ 2 ਜਿਹੜਾ ਹੈਗਾ ਤੁਹਾਡੇ ਕੋਲੇ ਉਹਦੇ ਲਈ ਆਪਾਂ ਅਪਰੋਕਸੀਮੇਟਲੀ 40 ਮਿੰਟਸ ਦਾ ਟਾਈਮ ਦਿੰਨੇ ਆ। ਤਾਂ ਇਹ ਜਿਹੜੇ 40 ਮਿੰਟਸ ਜਾਂ 20 ਮਿੰਟਸ ਨੇ, ਇਹਦੇ ਵਿੱਚ ਤੁਸੀਂ ਟਾਸਕ ਲਿਖੋਗੇ, ਆਪਣੇ ਟਾਸਕ ਨੂੰ ਕ੍ਰਾਸ ਚੈੱਕ ਕਰੋਗੇ ਤੇ ਜਿਹੜੀਆਂ ਵੀ ਕਰੈਕਸ਼ਨਸ ਦੀ ਜ਼ਰੂਰਤ ਹੈ ਉਹ ਸਾਰੀਆਂ ਦੀਆਂ ਸਾਰੀਆਂ ਕਰੈਕਸ਼ਨਸ ਵੀ ਕਰੋਗੇ। ਤਾਂ ਇਹਦਾ ਰੀਜ਼ਨ ਕੀ ਹੈ ਰਾਜੇ, ਕਿ ਜਿਹੜਾ ਤੁਹਾਡਾ ਟਾਸਕ 2 ਹੈਗਾ ਆ ਉਹ ਤੁਹਾਡੇ ਕੋਲੇ 2/3 weight ਕੈਰੀ ਕਰਦਾ ਆ, ਮਤਲਬ 9 ਬੈਂਡ ਹੈਗੇ ਆ ਅਗਰ, ਤਾਂ ਆਪਣੇ ਕੋਲੇ 6 ਬੈਂਡ ਤੁਹਾਨੂੰ ਟਾਸਕ 2 ਦੇ ਵਿੱਚੋਂ ਹੋਣਗੇ ਤੇ ਜਿਹੜਾ ਤੁਹਾਡਾ ਟਾਸਕ 1 ਹੈਗਾ ਆ ਉਹ ਆਪਣੇ ਕੋਲੇ 1/3 weight ਕੈਰੀ ਕਰਦਾ ਆ, ਮਤਲਬ ਅਗਰ 9 ਹੈਗੇ ਆ ਤਾਂ ਸਾਨੂੰ ਟੋਟਲ 3 ਬੈਂਡ ਟਾਸਕ 1 ਚੋਂ ਮਿਲਣਗੇ। ਕਿਉਂਕਿ ਟਾਸਕ 2 ਦੀ weightage ਜ਼ਿਆਦਾ ਆ ਤਾਂ ਅਸੀਂ ਟਾਸਕ 2 ਦੇ ਉੱਤੇ ਜ਼ਿਆਦਾ ਟਾਈਮ ਸਪੈਂਡ ਕਰਾਂਗੇ ਐਜ਼ ਕੰਪੇਅਰ ਟੂ ਟਾਸਕ 1। ਹੁਣ ਆ ਜੀ ਡਿਫਰੈਂਸ ਦੇ ਵਿੱਚ ਜਰਨਲ ਜਾਂ ਐਕੈਡੈਮਿਕ ਦੇ ਵਿੱਚ ਸਾਨੂੰ ਪਤਾ ਆ ਕਿ ਜਿਹੜੇ ਵੀ ਬੱਚੇ ਉਧਰ ਫੋਰਨ ਸਟੱਡੀ ਕਰਨ ਜਾਣਗੇ ਉਹਨਾਂ ਨੂੰ ਗ੍ਰਾਫ ਪੜ੍ਹਨੇ ਪੈਣਗੇ, ਉਹਨਾਂ ਨੂੰ ਚਾਰਟਸ ਪੜ੍ਹਨੇ ਪੈਣਗੇ, ਉਹਨਾਂ ਨੂੰ ਡੇਟਾ ਐਨਾਲਿਸਿਸ ਕਰਨਾ ਪਵੇਗਾ। ਸੋ ਇਸੇ ਕਰਕੇ ਜਿਹੜਾ ਉਹਨਾਂ ਦਾ ਟਾਸਕ 1 ਹੁੰਦਾ ਆ, ਉਹਨਾਂ ਨੂੰ ਇੱਕ ਵਿਜ਼ੂਅਲ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਜਿਹੜੀ ਕੀ ਹੋ ਸਕਦੀ ਹੈ, ਡਾਇਗ੍ਰਾਮ ਹੋ ਸਕਦਾ ਹੈ, ਚਾਰਟ ਹੋ ਸਕਦਾ ਹੈ, ਗ੍ਰਾਫ ਹੋ ਸਕਦਾ ਹੈ ਜਾਂ ਟੇਬਲ ਹੋ ਸਕਦਾ ਆ। ਉਸ ਤੋਂ ਬਾਅਦ ਜੀਟੀ ਵਾਲੇ ਬੱਚੇ ਜਿਹੜੇ ਹੈਗੇ ਆ ਉਹ ਕੀ ਕਰਨਗੇ, ਉਹ ਉਧਰ ਜਾ ਕੇ ਜੌਬਸ ਕਰਨਗੇ। ਤਾਂ ਜੌਬਸ ਦੇ ਲਈ ਤੁਸੀਂ ਰੈਫਰੈਂਸ ਲੈਟਰ ਲਿਖਣਾ ਆ, ਰਿਕੁਐਸਟ ਲੈਟਰ ਲਿਖਣਾ ਆ, ਤਾਂ ਤੁਹਾਨੂੰ ਉੱਥੇ ਲੈਟਰਸ ਜਨਰੇਟ ਕਰਨ ਦੀ ਜ਼ਰੂਰਤ ਪਵੇਗੀ। ਇਸੇ ਕਰਕੇ ਜਿਹੜਾ ਹੈਗਾ ਟਾਸਕ 1 ਜਿਹੜਾ ਜੀਟੀ ਵਾਲੇ ਬੱਚਿਆਂ ਨੂੰ ਕੀ ਦਿੱਤਾ ਜਾਂਦਾ ਆ, ਲੈਟਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਰਾਜੇ ਐਸੇ। ਤਾਂ ਆਪਣੇ ਕੋਲੇ ਟਾਸਕ 2 ਜਿਹੜਾ ਹੈਗਾ ਇੱਕ ਐਸੇ ਹੁੰਦਾ ਆ ਜਿਹੜਾ ਕਿ ਅਸੀਂ ਸੋਲੂਸ਼ਨ ਪ੍ਰੋਵਾਈਡ, ਉਹ ਵੱਖਰੇ ਵੱਖਰੇ ਤਰ੍ਹਾਂ ਦਾ ਹੋ ਸਕਦਾ ਆ, ਜਿੱਦਾਂ ਕਿਸੇ ਪ੍ਰੋਬਲਮ ਦਾ ਆਪਾਂ ਸੋਲੂਸ਼ਨ ਦੇ ਸਕਦੇ ਆ ਜਾਂ ਕਿਸੇ ਪ੍ਰੋਬਲਮ ਨੂੰ ਇਵੈਲੂਏਟ ਕਰ ਸਕਦੇ ਆ ਜਾਂ ਵੀ ਕੈਨ ਕੰਪੇਅਰ ਔਰ ਕੰਟਰਾਸਟ ਬਿਟਵੀਨ 2 ਆਈਡੀਆਜ਼। ਤਾਂ ਇਹ ਸਾਰੀ ਦੀ ਸਾਰੀ ਚੀਜ਼ ਟਾਸਕ 2 ਦੇ ਵਿੱਚ ਆਏਗੀ। ਟਾਸਕ 2 ਤੁਹਾਡਾ ਜੀਟੀ ਤੇ ਐਕੈਡੈਮਿਕ ਦਾ ਸੇਮ ਹੁੰਦਾ ਆ, ਮਤਲਬ ਦੋਨਾਂ ਨੇ ਐਸੇ ਲਿਖਣਾ ਆ। ਡਿਫਰੈਂਸ ਕੀ ਆ ਜਾਂਦਾ ਹੈ, ਜਿਹੜੇ ਜਰਨਲ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਜਰਨਲ ਟੌਪਿਕ ਹੁੰਦੇ ਆ ਜਿੱਦਾਂ ਪਾਵਰਟੀ ਹਨਾ ਜਾਂ ਹੈਪੀਨੈਸ, ਬਟ ਜਿਹੜੇ ਐਕੈਡੈਮਿਕ ਵਾਲੇ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਕਈ ਵਾਰ ਟੌਪਿਕ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਐਕੈਡੈਮਿਕ ਕਨਸੈਪਟਸ ਓਰੀਐਂਟਡ ਆ ਜਾਂਦੇ ਆ, ਜਿੱਦਾਂ ਸਾਇੰਟਿਫਿਕ ਰਿਸਰਚ ਹੋ ਗਿਆ ਹਨਾ। ਤਾਂ ਇਦਾਂ ਦੇ ਕਨਸੈਪਟ ਜਿਹੜੇ ਹੈਗੇ ਆ ਐਕੈਡੈਮਿਕ ਵਾਲੇ ਬੱਚਿਆਂ ਨੂੰ ਆਉਂਦੇ ਆ। ਜੀਟੀ ਜਨਰਲੀ ਜਿਹੜੇ ਹੈਗੇ ਆ ਟੌਪਿਕ ਸਿਮਿਲਰ ਹੀ ਹੁੰਦੇ ਆ, ਥੋੜਾ ਬਹੁਤ ਕੁਝ ਕੁ ਟੌਪਿਕ ਹੁੰਦੇ ਆ ਜਿਹੜੇ ਐਕੈਡੈਮਿਕ ਵਾਲੇ ਬੱਚਿਆਂ ਨੂੰ ਜ਼ਿਆਦਾ ਕਵਰ ਕਰਨੇ ਪੈਂਦੇ ਆ, which are related to science basically। ਉਸ ਤੋਂ ਬਾਅਦ ਅਗਰ ਆਪਾਂ ਨੈਕਸਟ ਮੂਵ ਕਰੀਏ ਤਾਂ ਤੁਹਾਡਾ ਐਗਜ਼ਾਮ ਦੀ ਅਸੈਸਮੈਂਟ। ਤਾਂ ਟਾਸਕ ਦੇ ਵਿੱਚ ਲਿਖਣਾ ਕੀ ਹੈ ਇਹ ਕਲੀਅਰ ਹੋ ਗਿਆ ਕਿ ਅਸੀਂ ਟਾਸਕ 1 ਦੇ ਵਿੱਚ ਜੀ ਐਸੇ ਲਿਖਣਾ ਆ, ਸੌਰੀ ਟਾਸਕ 1 ਦੇ ਵਿੱਚ ਜੀ ਅਸੀਂ ਗ੍ਰਾਫ ਐਕਸਪਲੇਨ ਕਰਨਾ ਆ ਜਾਂ ਜੀਟੀ ਵਾਲੇ ਬੱਚਿਆਂ ਨੇ ਲੈਟਰ ਲਿਖਣਾ ਆ, ਤਾਂ ਉਸੇ ਤਰ੍ਹਾਂ ਟਾਸਕ 2 ਦੇ ਵਿੱਚ ਤੁਸੀਂ ਐਸੇ ਲਿਖਣਾ ਆ, ਤੁਸੀਂ ਫਾਰਮੈਟ ਕਰ ਲਿਆ। ਬਟ ਇਹ ਚੀਜ਼ ਬੇहद ਜ਼ਰੂਰੀ ਹੈ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਤੁਹਾਨੂੰ ਬੈਂਡ ਕਿਹੜੇ ਬੇਸਿਸ ਤੇ ਮਿਲਣਗੇ, ਕਿਹੜੀ ਚੀਜ਼ ਹੈ ਜਿਹੜੀ ਐਗਜ਼ਾਮੀਨਰ ਚੈੱਕ ਕਰੂਗਾ ਬਿਫੋਰ ਗਿਵਿੰਗ ਯੂ ਬੈਂਡਸ ਹਨਾ। ਤਾਂ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ, ਦੇਖੋ ਰਾਜੇ ਰਾਈਟਿੰਗ ਟਾਸਕ 1 ਦੀ ਗੱਲ ਕਰੀਏ ਤਾਂ ਆਪਣੇ ਕੋਲੇ ਮੋਸਟ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ ਤੁਹਾਡੀ ਟਾਸਕ ਅਚੀਵਮੈਂਟ। ਟਾਸਕ 1 ਵੀ ਟਾਸਕ 2 ਦੇ ਵਿੱਚ ਵੀ ਅਗਰ ਮੈਂ ਕਿਸੇ ਬੱਚੇ ਨੂੰ ਇਹ ਪੁੱਛਿਆ ਹੈਗਾ ਕਿ ਅੱਜ ਕੱਲ ਪੋਵਰਟੀ ਕਿਉਂ ਵੱਧ ਰਹੀ ਹੈ ਤੇ ਉਹ ਬੱਚਾ ਮੈਨੂੰ ਇਹ ਦੱਸ ਰਿਹਾ ਕਿ ਪੋਵਰਟੀ ਦੇ ਵਧਣ ਨਾਲ ਜੀ ਬਹੁਤ ਸਾਰੇ ਲੋਕ ਜਿਹੜਾ ਹੈਗਾ ਹੰਗਰ ਦੀ ਵਜ੍ਹਾ ਕਰਕੇ ਮਰ ਰਹੇ ਆ ਜਾਂ ਕ੍ਰਾਈਮ ਵਧੀ ਜਾਂਦਾ, ਤਾਂ ਉਹ ਟਾਸਕ ਨਹੀਂ ਅਚੀਵ ਕਰ ਪਾਇਆ, ਤਾਂ ਉਹਦੇ ਕੀ ਹੈਗੇ ਆ ਟਾਸਕ ਅਚੀਵਮੈਂਟ ਚੋਂ ਮਾਰਕਸ ਡਿਡਕਟ ਹੋ ਜਾਣਗੇ। ਜੇ ਤੁਹਾਡੇ ਕੁਐਸਚਨ ਦੇ ਵਿੱਚ 2 ਸੈਕਸ਼ਨ ਨੇ ਤਾਂ ਤੁਹਾਨੂੰ ਦੋਨੋਂ ਹੀ ਸੈਕਸ਼ਨਸ ਦਾ ਆਨਸਰ ਕਰਨਾ ਪਊਗਾ। ਯੂਰ ਈਚ ਪਾਰਟ ਸ਼ੁੱਡ ਬੀ ਇਕੁਅਲੀ ਐਕਸਪਲੇਨਡ। ਤੇ ਆਪਣੇ ਕੋਲੇ ਜਿਹੜੀ ਹੈਗੀ ਆ ਟਾਸਕ ਅਚੀਵਮੈਂਟ ਕੀ ਆ, ਡਿਡ ਯੂ ਆਨਸਰ ਦਾ ਕੁਐਸਚਨ ਕੰਪਲੀਟਲੀ ਐਂਡ ਰਾਈਟ 150 ਵਰਡਸ। 150 ਵਰਡਸ ਬੱਚੇ ਹੈਗੇ ਆ ਤੁਹਾਡੇ ਕੋਲੇ ਟਾਸਕ 1 ਦੇ ਲਈ, ਠੀਕ ਹੈ। ਕੋਸ਼ਿਸ਼ ਕਰੋ ਕਿ 180 ਵਰਡਸ ਲਿਖ ਕੇ ਆਓ, ਠੀਕ ਹੈ। ਜਿਹੜਾ ਟਾਸਕ 2 ਹੈਗਾ ਆ ਆਪਣੇ ਕੋਲੇ ਉਹਦੇ ਲਈ ਆਪਾਂ ਲਿਖਣਾ ਹੁੰਦਾ 250 ਵਰਡ, ਤੇ ਕੋਸ਼ਿਸ਼ ਕਰੋ ਕਿ ਘੱਟੋ ਘੱਟ ਆਪਾਂ 280 ਸ਼ਬਦ ਲਿਖ ਕੇ ਆਈਏ,
ਐਸੇ ਦੇ ਵਿੱਚ ਤੇ 180 ਸ਼ਬਦ ਲਿਖ ਕੇ ਆਈਏ ਆਪਾਂ ਕਾਦੇ ਵਿੱਚ ਆਪਣੇ ਟਾਸਕ 1 ਦੇ ਵਿੱਚ। टास्क अचीवमेंट हम देखो राइटिंग टास्क 2 ਨੂੰ ਉਹਨੂੰ टास्क रिस्पॉन्स कहता इट इज वन एंड द सेम थिंग ठीक है। ਇਹਦੇ ਚ ਕੀ कहता ਕਿ ਤੁਸੀਂ ਐਡਰੈਸ ਕੀਤੇ ਆ ਸਾਰੇ ਪਾਰਟ ਕੁਐਸਚਨ ਦੇ। ਮਤਲਬ ਜੇ ਮੈਂ ਤੁਹਾਨੂੰ ਪੋਵਰਟੀ ਦੇ ਵਧਣ ਦਾ ਕਾਰਨ ਪੁੱਛਿਆ ਆ ਤੇ ਮੈਂ ਤੁਹਾਨੂੰ ਇਹ ਪੁੱਛਿਆ ਕਿ ਅਸੀਂ ਪੋਵਰਟੀ ਨੂੰ ਕਿੱਦਾਂ ਘਟਾ ਸਕਦੇ ਆ, ਕੀ ਤੁਸੀਂ ਵਧਣ ਦਾ ਕਾਰਨ ਤੇ ਮੈਨੂੰ ਦੱਸੇ ਹੈਗੇ ਆ ਹੱਲ ਵੀ ਉਹਨੂੰ ਕਿਵੇਂ ਘਟਾਈਏ। ਉਸ ਤੋਂ ਬਾਅਦ ਆਪਣੇ ਕੋਲ ਇੱਕ ਬੈਲੈਂਸਡ ਆਰਗੂਮੈਂਟ ਹੋਣਾ ਚਾਹੀਦਾ ਟੂ ਸਪੋਰਟ ਯੂਰ ਆਈਡੀਆਜ਼। बैलेंस्ड आर्गूमेंट का मतलब की है कि मैं पॉवर्टी ਨੂੰ ਵਧਣ ਦਾ ਪਿੱਛੇ ਰੀਜ਼ਨ ਦਿੱਤਾ ਜੀ ਅੱਜ ਦੇ ਟਾਈਮ 'ਚ ਇਨਫਲੇਸ਼ਨ ਬੜੀ ਵਧੀ ਜਾਂਦੀ ਹੈ ਤਾਂ ਹੁਣ ਮੈਨੂੰ ਇਸ ਚੀਜ਼ ਨੂੰ ਲਿੰਕ ਕਰਨਾ ਪਊਗਾ ਕਿ ਇਨਫਲੇਸ਼ਨ ਦੇ ਵਧਣ ਨਾਲ ਪॉवर्टी ਕਿਵੇਂ ਵਧ ਰਹੀ ਹੈ। ਤਾਂ ਤੁਸੀਂ ਕੀ ਹੈਗਾ ਆਪਣਾ ਆਰਗੂਮੈਂਟ ਨੂੰ ਬੈਲੈਂਸ ਕਰੋਗੇ ਪਲੱਸ ਸਪੋਰਟ ਕਰੋਗੇ ਵਿਦ ਦਾ ਹੈਲਪ ਆਫ ਰੈਲੇਵੈਂਟ ਐਗਜ਼ਾਮਪਲਸ। ਨੈਕਸਟ ਆ ਗਿਆ ਉਹ ਕਹਿੰਦੇ were your ideas relevant to the question। ਇਹ ਚੀਜ਼ ਆਪਾਂ ਪਹਿਲਾਂ ਹੀ ਡਿਸਕਸ ਕਰ ਰਹੀ ਹੈ ਕਿ ਮੈਂ ਪੁੱਛੀ ਜਾਂਦੀ ਹਾਂ ਜੀ ਪੋਵਰਟੀ ਵਧਣ ਦੇ ਕਾਰਨ ਕੀ ਹੈ ਤੇ ਤੁਸੀਂ ਮੈਨੂੰ ਦੱਸੀ ਜਾਂਦੇ ਹੋ ਕਿ ਪੋਵਰਟੀ ਵਧਣ ਨਾਲ ਪ੍ਰੋਬਲਮਸ ਕੀ ਆ ਰਹੀਆਂ ਨੇ। ਤਾਂ ਉਸ ਟਾਈਮ ਤੁਸੀਂ ਕੀ ਹੈ ਤੁਹਾਡਾ ਜਿਹੜਾ ਆਈਡੀਆ ਹੈ that is not relevant to the question। ਤਾਂ ਸਾਡੇ ਆਈਡੀਆਜ਼ ਵੀ ਜਿਹੜੇ ਹੈਗੇ ਆ those should be relevant to the question। ਨੈਕਸਟ ਆ ਗਿਆ ਜੀ ਆਪਣੇ ਕੋਲੇ ਕੋਹਰੈਂਸ ਐਂਡ ਕੋਹੀਜ਼ਨ, ਲੈਕਸੀਕਲ ਰਿਸੋਰਸਿਸ ਐਂਡ ਗ੍ਰਾਮੈਟਿਕਲ ਰੇਂਜ ਐਂਡ ਐਕੂਰੇਸੀ। ਦੋਨਾਂ ਟਾਸਕ 1 ਦੇ ਵਿੱਚ टास्क 2 ਦੇ ਵਿੱਚ ਆ ਤਿੰਨੋਂ ਚੀਜ਼ਾਂ ਚੈੱਕ ਕੀਤੀਆਂ ਜਾਂਦੀਆਂ ਨੇ। these are just fancy name once you have learned ਕਿ ਇਹਦੇ ਵਿੱਚ ਕਰਨਾ ਕੀ ਹੈ ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈ you'll be easily able to tackle all these things ਠੀਕ ਹੈ। ਫਸਟ ਆਫ ਆਲ ਅਗਰ ਆਪਾਂ ਗੱਲ ਕਰੀਏ ਕੋਹਰੈਂਸ ਤੇ ਕੋਹੀਜ਼ਨ ਦੀ, ਪਹਿਲੀ ਗੱਲ ਕੀ ਤੁਹਾਡੀ ਰਾਈਟਿੰਗ ਜਿਹੜੀ ਹੈਗੀ ਆ ਸਮਝ ਵਾਲੀ ਹੈਗੀ ਆ ਕਿ ਤੁਸੀਂ ਉਸ ਰਾਈਟਿੰਗ ਨੂੰ ਜਿਹੜਾ ਬੰਦਾ ਪੜ੍ਹ ਰਿਹਾ ਆ ਕੀ ਉਹਨੂੰ ਆਈਡੀਆਜ਼ ਕਲੀਅਰ ਹੋ ਰਹੇ ਆ। ਮੰਨ ਲਓ ਤੁਸੀਂ ਕੋਈ ਸੈਂਟੈਂਸ ਬਣਾਇਆ ਤੇ ਉਹ ਸੈਂਟੈਂਸ ਦੇ ਵਿੱਚ ਤੁਸੀਂ 45 ਵਰਡ ਪਾਤੇ ਤੇ ਜਿਹੜਾ ਬੰਦਾ ਉਹ ਸੈਂਟੈਂਸ ਨੂੰ ਪੜ੍ਹ ਰਿਹਾ ਆ ਉਹਨੂੰ ਦੁਬਾਰਾ ਤੁਹਾਡਾ ਸੈਂਟੈਂਸ ਪੜ੍ਹਨਾ ਪੈ ਗਿਆ ਤਾਂ ਉਹਨੇ ਕੀ ਕੀਤਾ ਤੁਹਾਡੇ ਕੋਹੀਜ਼ਨ ਤੇ ਕੋਹਰੈਂਸ ਤੋਂ ਨੰਬਰ ਕੱਟ ਲਏ। ਰੀਜ਼ਨ ਬੀਇੰਗ ਤੁਹਾਡੇ ਆਈਡੀਆਜ਼ ਉਹਨੂੰ ਸਮਝ ਨਹੀਂ ਲੱਗੇ ਵਟ ਯੂ ਆਰ ਟ੍ਰਾਈਂਗ ਟੂ ਸੇ। ਨੈਕਸਟ ਕੀ ਤੁਹਾਡੇ ਆਈਡੀਆ ਵੈਲ ਆਰਗੇਨਾਈਜ਼ਡ ਤੇ ਕਲੀਅਰਲੀ ਲਿੰਕਡ ਨੇ। ਵੈਲ ਆਰਗੇਨਾਈਜ਼ਡ ਤੇ ਕਲੀਅਰਲੀ ਲਿੰਕ ਦਾ ਮਤਲਬ ਦੇਖੋ ਬੱਚੇ ਵੈਲ ਆਰਗੇਨਾਈਜ਼ਡ ਆਈਡੀਆ ਉਹ ਆਈਡੀਆ ਹੈਗਾ ਜਿਹੜੇ ਆਈਡੀਆ ਨੂੰ ਤੁਸੀਂ ਪ੍ਰੈਜ਼ੈਂਟ ਕੀਤਾ ਮਤਲਬ ਉਹਦਾ ਟਾਈਟਲ ਸੈਂਟੈਂਸ ਦਿੱਤਾ ਕਿ ਮੈਨੂੰ ਲੱਗਦਾ ਜੀ ਗਰੀਬੀ ਇਨਫਲੇਸ਼ਨ ਕਰਕੇ ਵਧ ਰਹੀ ਹੈ। ਉਸ ਤੋਂ ਬਾਅਦ ਉਸ ਆਈਡੀਆ ਨੂੰ ਤੁਸੀਂ ਐਕਸਪਲੇਨ ਕੀਤਾ। ਐਕਸਪਲੇਨ ਕਿੱਦਾਂ ਕੀਤਾ ਮੈਂ ਕਿਹਾ ਵੀ ਸਾਨੂੰ ਪਤਾ ਆ ਅੱਜ ਕੱਲ ਇਨਫਲੇਸ਼ਨ ਲਗਾਤਾਰ ਵਧ ਰਹੀ ਹੈ ਜਿਹਦੇ ਕਰਕੇ ਬਹੁਤ ਸਾਰੇ ਲੋਕ ਆਪਦੀਆਂ ਬੇਸਿਕ ਰਿਕੁਆਇਰਮੈਂਟਸ ਸੱਚ ਐਸ ਫੂਡ ਕਲੋਥਿੰਗ ਤੇ ਹਾਊਸਿੰਗ ਵੀ ਪੂਰੀਆਂ ਨਹੀਂ ਕਰ ਪਾ ਰਹੇ ਕਿਉਂਕਿ ਉਹਨਾਂ ਨੂੰ ਅਫੋਰਡ ਨਹੀਂ ਕਰ ਪਾ ਰਹੇ। ਇਹ ਕੀ ਹੋਗੀ ਤੁਹਾਡੀ ਐਕਸਪਲੇਨੇਸ਼ਨ ਹੋਗੀ। ਉਸ ਤੋਂ ਬਾਅਦ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ ਕਿ ਇੰਡੀਆ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ 6% ਦੇ ਨਾਲ ਇਨਫਲੇਸ਼ਨ ਵਧੀ ਹੈ ਜਦ ਕਿ ਲੋਕਾਂ ਦੀ ਇਨਕਮ ਸੇਮ ਹੈ ਤਾਂ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਅਫੋਰਡੇਬਿਲਿਟੀ ਤੋਂ ਬਾਹਰ ਚੱਲ ਗਈਆਂ। ਤਾਂ ਆਪਾਂ ਕੀ ਕੀਤਾ ਆਪਾਂ ਆਪਦਾ ਆਈਡੀਆ ਦੱਸਿਆ ਉਸ ਆਈਡੀਆ ਦੀ ਪ੍ਰੋਪਰ ਐਕਸਪਲੇਨੇਸ਼ਨ ਦਿੱਤੀ ਤੇ ਉਸ ਆਈਡੀਆ ਨੂੰ ਸਪੋਰਟ ਕੀਤਾ ਵਿਦ ਦਾ ਹੈਲਪ ਆਫ ਰੈਲੇਵੈਂਟ ਐਗਜ਼ਾਮਪਲਸ। ਓਕੇ ਨੈਕਸਟ ਮੂਵ ਕਰਦੇ ਹਾਂ ਬੱਚੇ ਲੈਕਸੀਕਲ ਰਿਸੋਰਸਿਸ। ਤਾਂ ਲੈਕਸੀਕਲ ਰਿਸੋਰਸਿਸ ਚ ਦੇਖੋ ਕੀ ਕਹਿ ਰਹੇ ਆ ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਲੈਕਸੀਕਲ ਰਿਸੋਰਸਿਸ। ਤਾਂ ਲੈਕਸੀਕਲ ਰਿਸੋਰਸਿਸ ਚ ਉਹਨਾਂ ਨੇ ਕਿਹਾ did you use a wide range of vocabulary accurately। ਹੁਣ ਦੇਖੋ ਆ ਸ਼ਬਦ ਵੀ ਬਹੁਤ ਜ਼ਰੂਰੀ ਹੈਗਾ ਠੀਕ ਹੈ ਤੇ ਆ ਸ਼ਬਦ ਵੀ ਬਹੁਤ ਜ਼ਰੂਰੀ ਹੈਗਾ accurately and effectively। ਤੁਸੀਂ ਕੋਈ vocab ਦਾ ਵਰਡ ਪਾਇਆ ਤੁਹਾਨੂੰ ਉਹਦੇ ਸਪੈਲਿੰਗ ਨਹੀਂ ਆਉਂਦੇ ਸੀ ਨੰਬਰ ਘਟਾਏ ਠੀਕ ਹੈ। ਸੋ ਸਾਡਾ ਵਰਡ ਐਕੂਰੇਟ ਨਹੀਂ ਹੋਇਆ। ਐਫੀਸ਼ੀਐਂਟਲੀ ਦਾ ਮਤਲਬ ਕੀ ਹੋ ਗਿਆ ਕਿ ਉਹ ਸ਼ਬਦ ਉਸ ਜਗ੍ਹਾ ਦੇ ਉੱਤੇ ਫਿੱਟ ਨਹੀਂ ਬੈਂਦਾ। ਜਿੱਦਾਂ ਅੱਜ ਕੱਲ ਬੜੇ ਬੱਚੇ ਲਿਖ ਦਿੰਦੇ ਆ ਐਸੇ ਦੇ ਵਿੱਚ ਇਨ ਦਾ ਮਾਡਰਨ ਵਰਲਡ ਉਹਦੀ ਜਗ੍ਹਾ ਤੇ ਯੂਜ਼ ਕਰਤਾ ਇਨ ਦਾ ਕੰਟੈਂਪਰੇਰੀ ਸੋਸਾਇਟੀ। ਤਾਂ ਹੁਣ ਤੁਸੀਂ ਕੀ ਕੀਤਾ ਇੱਕ vocab ਦਾ ਵਰਡ ਪਾਇਆ ਆ but that word is not relevant to your essay suppose। ਤਾਂ ਉਸ ਕੇਸ ਦੇ ਵਿੱਚ ਉਹ vocab ਦੇ ਤੁਹਾਨੂੰ ਨੰਬਰ ਨਹੀਂ ਮਿਲਣਗੇ ਤੁਹਾਨੂੰ ਸਿਰਫ ਤੇ ਸਿਰਫ ਉਸ vocab ਦੇ ਨੰਬਰ ਮਿਲਣਗੇ ਜਿਹੜੀ vocab relevant ਹੈਗੀ ਆ ਤੁਹਾਡੇ ਟੌਪਿਕ ਦੇ ਠੀਕ ਹੈ। ਤਾਂ ਅਗਰ ਸਾਡੀ vocab ਜਿਹੜੀ ਹੈ ਟੌਪਿਕ ਰੈਲੇਵੈਂਟ ਨਹੀਂ ਹੈਗੀ so you will not be getting marks for that। do not cram just wide range of vocabulary। ਜਿਹੜਾ ਵੀ ਤੁਸੀਂ ਟੌਪਿਕ ਕਰ ਰਹੇ ਹੋ ਉਸ ਟੌਪਿਕ ਦੇ ਨਾਲ ਰੈਲੇਵੈਂਟ vocab ਦੇਖੋ ਬੱਚੇ ਉਹ vocab ਨੂੰ ਸਮਝੋ ਤੇ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਆਈ ਐਮ ਨਾਟ ਸੇਇੰਗ ਕਿ ਯੂਜ਼ ਕਰੋ ਕਿ ਗਲਤ ਯੂਜ਼ ਕਰਨ ਨਾਲੋਂ ਚੰਗਾ ਵੀ ਤੁਸੀਂ ਯੂਜ਼ ਨਹੀਂ ਕਰੋ ਬਟ ਅਗਰ ਤੁਸੀਂ ਯੂਜ਼ ਕਰਨਾ ਹੈ ਟਰਾਈ ਟੂ ਯੂਜ਼ ਇਟ ਐਕੂਰੇਟਲੀ ਐਂਡ ਐਫੀਸ਼ੀਐਂਟਲੀ। ਨੈਕਸਟ ਆ ਗਿਆ ਬੱਚੇ ਗ੍ਰਾਮੈਟਿਕਲ ਰੇਂਜ ਐਂਡ ਐਕੂਰੇਸੀ। ਹੁਣ ਦੇਖੋ ਗ੍ਰਾਮਰ ਦਾ ਸਾਰਿਆਂ ਨੂੰ ਮਤਲਬ ਪਤਾ ਹੈਗਾ ਗ੍ਰਾਮਰ ਦੇ ਵਿੱਚ ਕੀ ਕੁਛ ਆ ਜਾਂਦਾ ਹੈ
ਤਾਂ ਉਹ ਗ੍ਰਾਮਰ ਦੇ ਰੂਲਸ ਜਿਹੜੇ ਆਪਾਂ ਪੜ੍ਹਦੇ ਆਏ ਹਾਂ ਸਕੂਲ ਟਾਈਮ ਤੋਂ, ਉਹ ਸਾਰੇ ਰੂਲਸ ਤੁਹਾਡੇ ਜਿਹੜੇ ਹੈਗੇ ਆ ਐਸੇ ਦੇ ਵਿੱਚ ਪ੍ਰੋਪਰਲੀ ਯੂਜ਼ ਹੋਣੇ ਚਾਹੀਦੇ ਆ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿੱਦਾਂ ਦੇਖੋ ਇਹਨਾਂ ਨੇ ਟਰਮ ਲਿਖੀ ਹੈ ਗ੍ਰਾਮੈਟੀਕਲ ਸਟਰਕਚਰਸ, ਤਾਂ ਗ੍ਰਾਮੈਟੀਕਲ ਸਟਰਕਚਰਸ ਕੀ ਹੋ ਗਈਆਂ, ਜਿੱਦਾਂ ਸਾਡੇ ਕੋਲੇ ਕੰਪਲੈਕਸ ਸੈਂਟੈਂਸਿਸ ਹੋ ਗਏ, ਜਾਂ ਤੁਹਾਡੇ ਕੋਲੇ ਕੰਪਾਊਂਡ ਸੈਂਟੈਂਸਿਸ ਹੋ ਗਏ, ਜਾਂ ਤੁਹਾਡੇ ਕੋਲੇ ਕੰਪਲੈਕਸ ਕੰਪਾਊਂਡ ਜਿਨ੍ਹਾਂ ਨੂੰ ਅਸੀਂ CCS ਸੈਂਟੈਂਸਿਸ ਕਹਿ ਦਿੰਦੇ ਆ। ਕੀ ਇਹ ਸਟਰਕਚਰਸ ਤੁਸੀਂ ਯੂਜ਼ ਕੀਤੀਆਂ ਆ? ਕੀ ਤੁਹਾਨੂੰ ਇਹ ਯੂਜ਼ ਕਰਨੀਆਂ ਆਉਂਦੀਆਂ? ਕੀ ਤੁਹਾਨੂੰ ਪਤਾ ਆ ਪੰਕਚੁਏਸ਼ਨ ਮਾਰਕ ਕਿੱਥੇ ਲੱਗੂਗਾ? ਕੀ ਤੁਹਾਨੂੰ ਪਤਾ ਕੌਮਾ ਸਹੀ ਲਾਇਆ ਕਿ ਨਹੀਂ, ਜਾਂ ਸੈਮੀਕੋਲਨ ਦੀ ਸਹੀ ਵਰਤੋਂ ਕੀਤੀ ਹੈ ਤੁਸੀਂ? ਤਾਂ ਇਹ ਸਾਰੀ ਦੀ ਸਾਰੀ ਚੀਜ਼ ਤੁਹਾਡੀ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ 'ਚ ਆ ਜਾਂਦੀ ਹੈ। ਤਾਂ ਬੱਚੇ ਜਿਹੜੇ ਬੱਚੇ ਨੇ ਸਪੈਲਿੰਗ ਮਿਸਟੇਕ ਕਰਤੀ ਮੰਨ ਲਓ ਐਸੇ ਦੇ ਵਿੱਚ, ਉਹ ਬੱਚਾ ਲੈਕਸੀਕਲ ਰਿਸੋਰਸਿਸ ਚੋਂ ਵੀ ਨੰਬਰ ਘਟਾਊਗਾ, ਉਹ ਬੱਚਾ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਚੋਂ ਵੀ ਨੰਬਰ ਘਟਾਊਗਾ। ਸੋ ਆਪਾਂ ਸਪੈਲਿੰਗ ਮਿਸਟੇਕ, ਗ੍ਰਾਮਰ ਦੇ ਰੂਲ ਪਲੱਸ ਪੰਕਚੁਏਸ਼ਨ ਮਾਰਕ ਦੇ ਰੂਲਸ ਨੂੰ ਇੱਕ ਵਾਰ ਰੀਡ ਕਰਕੇ ਜਾਣਾ ਬਿਫੋਰ ਸਿਟਿੰਗ ਇਨ ਦਾ ਐਗਜ਼ਾਮ, ਤਾਂ ਕਿ ਤੁਹਾਨੂੰ ਕਲੀਅਰ ਹੋ ਸਕੇ ਕਿ ਤੁਸੀਂ ਕਿਹੜੀਆਂ ਚੀਜ਼ਾਂ ਪੇਪਰ 'ਚ ਕਰਨੀਆਂ ਨੇ, ਕਿਹੜੀਆਂ ਨਹੀਂ ਕਰਨੀਆਂ। ਤੁਹਾਡੇ ਕੋਲੇ ਟਾਸਕ 1 ਐਕੈਡੈਮਿਕਸ ਦੇ ਵਿੱਚ ਕਿਹੜੀਆਂ ਚੀਜ਼ਾਂ ਤੁਹਾਨੂੰ ਟਾਸਕ 1 ਦੇ ਵਿੱਚ ਆ ਸਕਦੀਆਂ ਨੇ? ਤਾਂ ਟਾਸਕ 1 ਦੇ ਵਿੱਚ ਬੱਚੇ ਤੁਹਾਡੇ ਕੋਲੇ ਇੱਕ ਲਾਈਨ ਗ੍ਰਾਫ ਹੋ ਸਕਦਾ ਆ, ਠੀਕ ਹੈ। ਇੱਥੇ ਕੀ ਆ, ਮੇਰੇ ਕੋਲੇ ਇੱਕ ਏਰੀਆ ਦਿੱਤਾ ਆ, ਤਾਂ ਉਹ ਕੀ ਹੈ, ਇੱਕ ਸਾਲ ਮੰਨ ਲਓ ਇੱਥੇ 2022 ਦਾ ਏਰੀਆ ਸੀ, ਆ 2045 ਤੱਕ ਹੋ ਜਾਊਗਾ ਇਦਾਂ ਦਾ ਏਰੀਆ। ਤਾਂ ਇੱਥੇ ਕੀ ਆ, ਮੈਂ ਕੰਪੇਅਰ ਕਰਨਾ ਦੋਨਾਂ ਚੀਜ਼ਾਂ ਨੂੰ ਕਿ ਕਿਹੜੀਆਂ ਚੀਜ਼ਾਂ ਪਹਿਲਾਂ ਸੀਗੀਆਂ, ਕਿਹੜੀਆਂ ਚੀਜ਼ਾਂ ਬਾਅਦ ਚੋਂ ਹੋਈਆਂ, ਤੇ ਕੀ ਚੇਂਜਸ ਆਇਆ ਓਵਰਆਲ ਇਨ ਦਿਸ ਏਰੀਆ। ਨੈਕਸਟ ਆ ਗਿਆ ਆਪਣੇ ਕੋਲੇ ਬਾਰ, ਤਾਂ ਤੁਸੀਂ ਇਹ ਬਾਰ ਚਾਰਟ ਆਪਾਂ ਸਕੂਲ ਦੇ ਵਿੱਚ ਵੀ ਕਰਦੇ ਰਹੇ ਆ। ਬਾਰ ਚਾਰਟ ਨੂੰ ਕੰਪਲੀਟਲੀ ਐਕਸਪਲੇਨ ਕਰਨਾ, ਜਿਵੇਂ ਇੱਥੇ 2018 ਤੇ 21 ਦਾ ਬਾਰ ਗ੍ਰਾਫ ਦਿੱਤਾ ਆ। ਸੋ ਵੀ ਨੀਡ ਟੂ ਸਟੱਡੀ ਕਿ 2018 ਦੇ ਵਿੱਚ ਕਿਹੜੀਆਂ ਚੀਜ਼ਾਂ ਸੀਗੀਆਂ 2021 ਦੇ ਵਿੱਚ। ਸੋ ਯੂ ਨੀਡ ਟੂ ਮੇਕ ਅ ਐਡਿਕੁਏਟ ਕੰਪੈਰੀਜ਼ਨ ਵੇਅਰ ਐਵਰ ਪੋਸੀਬਲ। ਆਪਣੇ ਕੋਲੇ olive oil ਦੀ ਜਿਹੜੀ ਹੈਗੀ ਆ ਇੱਕ ਡਾਇਗਰਾਮ ਹੈਗੀ ਆ, ਇਹਦਾ ਪ੍ਰੋਸੈਸ ਹੈਗਾ ਕਿ olive oil ਕਿੱਦਾਂ ਬਣਾਇਆ ਜਾਂਦਾ, ਤੇ ਇਹ ਪ੍ਰੋਸੈਸ ਨੂੰ ਤੁਸੀਂ ਸਟੈਪ ਬਾय ਸਟੈਪ ਐਕਸਪਲੇਨ ਕਰੋਗੇ ਕਿ ਫਸਟ ਸਟੈਪ 'ਚ ਕੀ ਹੋਇਆ, ਸੈਕੰਡ 'ਚ ਕੀ ਹੋਇਆ ਐਂਡ ਸੋ ਔਨ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਤੁਹਾਡੇ ਕੋਲੇ ਟਾਸਕ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲੇ ਪਾਈ ਚਾਰਟ ਆ ਗਿਆ ਬੱਚੇ। ਹੁਣ ਇਹ ਪਾਈ ਚਾਰਟ ਨੂੰ ਤੁਸੀਂ ਕੰਪੇਅਰ ਕਰਨਾ ਆ ਇੱਕ ਦੂਜੇ ਨਾਲ ਕਿ ਕਿਹੜੀ ਚੀਜ਼ ਕਿਹੜੇ ਈਅਰ ਦੇ ਵਿੱਚ ਦੱਸੀ ਗਈ ਆ। ਵੀ ਮੇਕ ਅ ਕੰਪੈਰੀਜ਼ਨ ਐਂਡ ਲਾਸਟ ਵਨ ਇਜ਼ ਯੋਰ ਟੇਬਲ। ਤਾਂ ਇਹ ਸਾਰੇ ਟਾਈਪ ਦੇ ਕੁਐਸਚਨ ਹੋਣਗੇ ਤੁਹਾਡੇ ਕੋਲੇ ਟਾਸਕ 1 ਐਕੈਡੈਮਿਕਸ ਦੇ ਵਿੱਚ। ਨੈਕਸਟ ਅਗਰ ਆਪਾਂ ਮੂਵ ਕਰੀਏ ਤੁਹਾਡੇ ਕੋਲੇ ਜਰਨਲ ਟ੍ਰੇਨਿੰਗ ਦੇ ਵਿੱਚ। ਜਰਨਲ ਟ੍ਰੇਨਿੰਗ ਦੇ ਵਿੱਚ ਬੱਚੇ ਆਪਣੇ ਕੋਲੇ ਲੈਟਰਸ ਆਉਂਦੇ ਆ, ਠੀਕ ਹੈ। ਲੈਟਰ ਤੁਹਾਡਾ ਫਾਰਮਲ ਹੋ ਸਕਦਾ ਆ, ਲੈਟਰ ਤੁਹਾਡਾ ਇਨਫਾਰਮਲ ਜਾਂ ਸੈਮੀ ਫਾਰਮਲ ਹੋ ਸਕਦਾ ਆ, ਉਹ ਚੀਜ਼ ਡਿਪੈਂਡ ਕਰਦੀ ਆ। ਤਾਂ ਲੈਟਰ ਤੁਹਾਡੇ ਕੋਲੇ ਕਿਸ ਤਰੀਕੇ ਦੇ ਆ ਸਕਦੇ ਆ, ਫਾਰਮਲ ਲੈਟਰਸ, ਫਾਰਮਲ ਜਾਂ ਸੈਮੀ ਫਾਰਮਲ, ਜਿਹੜੇ ਕਿ ਮੰਨ ਲਓ ਤੁਸੀਂ ਆਪਣੇ ਬੌਸ ਨੂੰ ਲਿਖਣਾ ਆ, ਜਾਂ ਤੁਸੀਂ ਕਿਸੇ ਕੰਪਨੀ ਦੇ ਮੈਨੇਜਰ ਨੂੰ ਲਿਖਣਾ ਆ ਜਿਹਨੂੰ ਤੁਸੀਂ ਨਹੀਂ ਜਾਣਦੇ, ਠੀਕ ਹੈ। ਤਾਂ ਇਸ ਕੇਸ ਦੇ ਵਿੱਚ ਐਜ਼ ਵੀ ਡੋਂਟ ਹੈਵ ਅ ਕਾਰਡੀਅਲ ਰਿਲੇਸ਼ਨਸ਼ਿਪ ਵਿਦ दैट ਪਰਸਨ, ਤਾਂ ਆਪਾਂ ਕੀ ਕਰਾਂਗੇ, ਸਿੰਪਲ ਫਾਰਮਲ ਲੈਟਰ ਲਿਖਾਂਗੇ। ਉਸੇ ਤਰ੍ਹਾਂ ਇਨਫਾਰਮਲ ਲੈਟਰ ਕੀ ਹੋ ਗਿਆ, ਮੰਨ ਲਓ ਤੁਸੀਂ ਆਪਣੇ ਫਰੈਂਡਸ ਨੂੰ ਕੋਈ ਲੈਟਰ ਲਿਖਣਾ ਆ, ਫਰੈਂਡ ਨੂੰ ਲਿਖਣਾ ਆ, ਜਾਂ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ ਲਿਖਣਾ ਆ, ਤਾਂ ਇਸ ਕੇਸ ਦੇ ਵਿੱਚ ਆਪਾਂ ਕੀ ਕਰਾਂਗੇ, ਇਨਫਾਰਮਲ ਲੈਟਰਸ ਜਿਹੜੇ ਹੈਗੇ ਆ ਰਾਈਟ ਡਾਊਨ ਕਰਾਂਗੇ। ਨੈਕਸਟ ਆ ਗਿਆ ਫਾਰਮਲ ਲੈਟਰ। ਆਪਾਂ ਕਦੋਂ ਲਿਖਦੇ ਆ, ਜਦੋਂ ਆਪਣੇ ਕੋਲੇ ਸੈਂਟਰ ਜਿਹੜਾ ਹੈਗਾ ਅਨਨੋਨ ਹੈ। ਜਿਵੇਂ ਕਿ ਕਿਸੇ ਨਿਊਜ਼ਪੇਪਰ ਦਾ ਐਡੀਟਰ, ਤੁਸੀਂ ਅਖਬਾਰ ਦੇ ਵਿੱਚ ਕੋਈ ਖਬਰ ਪੜ੍ਹੀ ਤੇ ਉਹ ਖਬਰ 'ਚ ਤੁਹਾਨੂੰ ਕੋਈ ਗਲਤੀ ਲੱਭ ਗਈ, ਤੇ ਹੁਣ ਤੁਸੀਂ ਚਾਹ ਰਹੇ ਹੋ ਕਿ ਜਿਹੜਾ ਐਡੀਟਰ ਹੈਗਾ ਉਹ ਗਲਤੀ ਨੂੰ ਸੁਧਾਰੇ ਤੇ ਉਹ ਖਬਰ ਨੂੰ ਦੁਬਾਰਾ ਪਬਲਿਸ਼ ਕਰੇ। ਤਾਂ ਕਿਉਂਕਿ ਤੁਸੀਂ ਐਡੀਟਰ ਨੂੰ ਜਾਣਦੇ ਨਹੀਂ, ਤਾਂ ਜਿਹੜਾ ਆਪਾਂ ਵੀ ਲੈਟਰ ਲਿਖਾਂਗੇ ਉਹ ਕਿਹੜਾ ਹੋਊਗਾ, ਕੰਪਲੀਟਲੀ ਫਾਰਮਲ ਲੈਟਰ ਐਜ਼ ਯੂ ਡੋਂਟ ਨੋ ਦਾ ਪਰਸਨ, ਠੀਕ ਹੈ। ਨੈਕਸਟ ਆਪਣੇ ਕੋਲੇ ਸੈਮੀ ਫਾਰਮਲ ਲੈਟਰ ਆ ਜਾਂਦਾ ਆ, ਜਿੱਥੇ ਤੁਸੀਂ ਪਰਸਨ ਨੂੰ ਜਾਣਦੇ ਹੋ ਪਰ ਉਹਨੂੰ ਉਹਦੇ ਨਾਂ ਨਾਲ ਨਹੀਂ ਬੁਲਾ ਸਕਦੇ। ਜਿਵੇਂ ਤੁਹਾਡਾ ਬੌਸ ਹੈ, ਯੂ ਨੋ ਹਿਮ, ਹਨਾ, ਤੁਸੀਂ 5 ਸਾਲ ਕਿਸੇ ਬੰਦੇ ਅੰਡਰ ਜੌਬ ਕੀਤੀ ਹੈ, ਯੂ ਨੋ ਦਾ ਪਰਸਨ ਵੈਰੀ ਵੈਲ, ਬਟ ਯੂ ਕਾਂਟ ਕਾਲ ਹਿਮ ਬਾਈ ਹਿਜ਼ ਔਰ ਹਰ ਫਸਟ ਨੇਮ। ਤਾਂ ਉਸ ਕੇਸ ਦੇ ਵਿੱਚ ਆਪਾਂ ਕੀ ਕਰਦੇ ਹੈਗੇ ਆ, ਜਿਹੜਾ ਲੈਟਰ ਲਿਖਦੇ ਆ ਉਹ ਆਪਾਂ ਸੈਮੀ ਫਾਰਮਲ ਲੈਟਰ ਲਿਖਿਆ ਜਾਂਦਾ। ਤਾਂ ਬੇਸਿਕਲੀ ਆਹ ਵਾਲੇ ਦੋਨੋਂ ਲੈਟਰ ਜਿਹੜੇ ਹੈਗੇ ਆ ਇਹ ਫਾਰਮਲ ਪਰਪਸਿਸ ਵਾਸਤੇ ਹੁੰਦੇ ਆ ਵੈਨ ਯੂ ਆਰ ਨਾਟ ਫਰੈਂਡਲੀ ਵਿਦ ਦਾ ਅਦਰ ਪਰਸਨ। ਤਾਂ ਉਸੇ ਤਰ੍ਹਾਂ ਇਨਫਾਰਮਲ ਲੈਟਰ ਕੀ ਆ ਗਿਆ ਬੱਚੇ, ਜਦੋਂ ਤੁਸੀਂ ਪਰਸਨ ਨੂੰ ਜਾਣਦੇ ਹੋ, ਉਹ ਤੁਹਾਡਾ ਦੋਸਤ ਹੈ, ਠੀਕ ਹੈ। ਤਾਂ ਆਪਾਂ ਜਿਵੇਂ ਕੰਟਰੈਕਸ਼ਨਸ ਹੁੰਦੀਆਂ, ਇਹਨਾਂ 'ਚ ਫਰਕ ਕੀ ਆ ਜਾਂਦਾ, ਰਾਈਟਿੰਗ 'ਚ ਕੀ ਫਰਕ ਆ ਜਾਂਦਾ, ਤੁਸੀਂ ਸਾਰਿਆਂ ਨੇ ਵਰਡ ਸੁਣਿਆ ਹੋਊਗਾ ਕੰਟਰੈਕਸ਼ਨਸ। ਕੰਟਰੈਕਸ਼ਨਸ ਕੀ ਹੋ ਗਿਆ, ਜਿੱਦਾਂ ਮੈਂ ਡੂ ਨਾਟ ਨੂੰ ਡੋਂਟ ਲਿਖਤਾ,
ठीक है, was not ਨੂੰ wasn't ਲਿਖਤਾ, haven't ਲਿਖਤਾ, shouldn't ਲਿਖਤਾ, ਕੁਝ ਵੀ ਇਦਾਂ ਦੇ ਸ਼ਬਦ, ਇਹਨਾਂ ਨੂੰ ਆਪਾਂ ਕੰਟਰੈਕਸ਼ਨਸ ਕਹਿ ਦਿੰਦੇ ਆ। ਤਾਂ ਜਿਹੜੇ ਤੁਹਾਡੇ ਇਨਫਾਰਮਲ ਲੈਟਰਸ ਨੇ ਬੱਚੇ, ਜਿਹੜੇ ਤੁਸੀਂ ਆਪਣੇ ਦੋਸਤ ਨੂੰ ਲਿਖੇ ਨੇ ਜਾਂ ਰਿਸ਼ਤੇਦਾਰ ਨੂੰ ਲਿਖੇ ਨੇ, ਉਹਨਾਂ ਕੇਸਿਸ ਦੇ ਵਿੱਚ ਤੁਸੀਂ ਆਹ ਕੰਟਰੈਕਸ਼ਨਸ ਯੂਜ਼ ਕਰੋਗੇ, ਠੀਕ ਹੈ। ਬਟ ਜਿਹੜਾ ਤੁਸੀਂ ਆਪਣੇ ਆਫਿਸ ਦੇ ਵਿੱਚ ਆਪਣੇ ਬੌਸ ਨੂੰ ਲਿਖਿਆ ਆ, ਕਿਸੇ ਨਿਊਜ਼ ਦੇ ਐਡੀਟਰ ਨੂੰ ਲਿਖਿਆ ਆ, ਤਾਂ ਉਸ ਕੇਸ ਦੇ ਵਿੱਚ ਆਪਾਂ ਕੰਟਰੈਕਸ਼ਨਸ ਨੂੰ ਯੂਜ਼ ਨਹੀਂ ਕਰਾਂਗੇ, ਠੀਕ ਹੈ। ਸਿਮਿਲਰ ਤੁਹਾਡਾ ਜਿਹੜਾ ਐਸੇ ਹੈਗਾ ਆ, ਟਾਸਕ 2 ਹੈਗਾ, ਐਸੇ ਤੁਹਾਡਾ ਬਿਲਕੁਲ ਫਾਰਮਲ ਹੈ, ਤਾਂ ਐਸੇ ਦੇ ਵਿੱਚ ਕੋਈ ਵੀ ਬੱਚਾ ਡੋਂਟ ਨਹੀਂ ਲਿਖ ਕੇ ਆਊਗਾ, ਵਾਜ਼ਨਟ ਨਹੀਂ ਲਿਖ ਕੇ ਆਊਗਾ, ਤਾਂ ਉਹ ਕੰਟਰੈਕਸ਼ਨ ਜਿਹੜੀਆਂ ਹੈਗੀਆਂ ਆਪਾਂ ਐਸੇ ਦੇ ਵਿੱਚ ਜਾਂ ਫਿਰ ਆਪਾਂ ਜਦੋਂ ਗੱਲ ਕਰ ਰਹੇ ਹਾਂ ਫਾਰਮਲ ਜਾਂ ਸੈਮੀ ਫਾਰਮਲ ਲੈਟਰਸ, ਉਹਨਾਂ ਕੇਸਿਸ ਦੇ ਵਿੱਚ ਯੂਜ਼ ਨਹੀਂ ਕਰਾਂਗੇ, ਜਦ ਕਿ ਤੁਸੀਂ ਇਨਫਾਰਮਲ ਲੈਟਰਸ ਦੇ ਵਿੱਚ ਇਹ ਯੂਜ਼ ਕਰ ਸਕਦੇ ਹੋ। ਐਕੈਡੈਮਿਕ ਵਾਲੇ ਬੱਚੇ ਕਿਤੇ ਯੂਜ਼ ਨਹੀਂ ਕਰਨਗੇ ਕਿਉਂਕਿ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਫਾਰਮਲ ਨੇ, so they have to maintain the formal tone in the exam। ਨੈਕਸਟ ਆ ਗਿਆ ਜੀ ਆਪਣੇ ਕੋਲੇ ਟਾਈਪਸ ਆਫ ਐਸੇ। ਕਿੰਨੇ ਟਾਈਪ ਦੇ ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਆ ਰੈਲੇਵੈਂਟ ਟੂ ਯਰ ਐਸੇ। ਤਾਂ ਫਸਟ ਆ ਗਿਆ ਰਾਜੇ ਓਪੀਨੀਅਨ ਐਸੇ। ਓਪੀਨੀਅਨ ਕੀ ਹੈ, ਐਗਜ਼ਾਮੀਨਰ ਨੇ ਕੋਈ ਟੌਪਿਕ ਪੁੱਛਿਆ ਹੈ ਨਾ, ਮੈਂ ਕਿਹਾ ਸਮ ਪੀਪਲ ਸੇ that technology is beneficial for humans and others say it is detrimental, what is your opinion। ਮੈਂ ਤੁਹਾਡੀ ਸਿੱਧੀ ਓਪੀਨੀਅਨ ਪੁੱਛੀ ਕਿ ਕੁਝ ਲੋਕ ਕਹਿੰਦੇ ਟੈਕਨੋਲੋਜੀ ਵਧੀਆ ਆ, ਬਾਕੀ ਕਹਿੰਦੇ ਆ ਮਾੜੀ ਆ, ਤੁਸੀਂ ਮੈਨੂੰ ਆਪਦੀ ਓਪੀਨੀਅਨ ਦੱਸੋ, ਹਨਾ। ਨੈਕਸਟ ਆ ਗਿਆ ਜੀ ਡੂ ਯੂ ਅਗਰੀ ਔਰ ਡਿਸਅਗਰੀ। ਹੁਣ ਇਹਦੇ ਵਿੱਚ ਮੈਂ ਜਿੱਦਾਂ ਇਹੀ ਸਵਾਲ ਨੂੰ ਮੈਂ ਮੋਲਡ ਕੀਤਾ, ਮੈਂ ਕਿਹਾ ਵੀ ਸਮ ਪੀਪਲ think that technology is beneficial for mankind, do you agree or disagree। ਤਾਂ ਹੁਣ ਮੈਂ ਉਹੀ ਸਵਾਲ ਦੀ ਇੱਕ ਸਟੇਟਮੈਂਟ ਦਿੱਤੀ ਤੇ ਮੈਂ ਤੁਹਾਨੂੰ ਪੁੱਛ ਲਿਆ ਕਿ ਤੁਸੀਂ ਇਸ ਗੱਲ ਨਾਲ ਅਗਰੀ ਕਰਦੇ ਹੋ ਜਾਂ ਨਹੀਂ ਕਰਦੇ। ਨੈਕਸਟ ਆ ਗਿਆ to what extent do you agree or disagree। ਸੋ ਆਪਾਂ ਸੇਮ ਕੁਐਸਚਨ ਫਾਰਮ ਕੀਤਾ, some people say that technology is beneficial for humans, to what extent do you agree। ਤਾਂ ਇੱਥੇ ਹੁਣ ਦੇਖੋ ਐਕਸਟੈਂਡ ਵਾਲੇ ਸਵਾਲ ਦੇ ਵਿੱਚ ਤੁਸੀਂ ਨੈਗੇਟਿਵ ਸਾਈਡ ਵੀ ਜਾ ਸਕਦੇ ਹੋ, ਪੋਜ਼ਿਟਿਵ ਸਾਈਡ ਤੇ ਦੋਨਾਂ ਦਾ ਮਿਕਸਚਰ ਵੀ ਕਰ ਸਕਦੇ ਹੋ। ਤਾਂ ਆਪਾਂ ਇੱਥੇ ਜਿਵੇਂ ਸਮ ਐਕਸਟੈਂਡ ਜਾਂ ਲਾਰਜ ਐਕਸਟੈਂਡ ਦੇ ਕੰਟੈਕਸਟ ਦੇ ਵਿੱਚ ਇਹਨੂੰ ਆਪਾਂ ਹਾਈਲਾਈਟ ਕਰ ਸਕਦੇ ਆ। ਤਾਂ ਆ ਚੀਜ਼ਾਂ ਡਿਟੇਲ ਦੇ ਵਿੱਚ ਰਾਜੇ ਕਲਾਸਿਸ ਦੇ ਵਿੱਚ ਜਿਹੜੀਆਂ ਹੈਗੀਆਂ ਮੈਕਸ ਓਵਰਸੀਜ਼ ਦੀਆਂ ਕਲਾਸਿਸ ਦੇ ਵਿੱਚ ਡਿਸਕਸ ਕੀਤੀਆਂ ਜਾਂਦੀਆਂ ਹੈਗੀਆਂ। ਸੋ if you want to know in depth about these things, so you can join our offline classes। next is ਜਿੱਦਾਂ ਆਪਣੇ ਕੋਲੇ ਕੁਐਸਚਨ ਐਗਜ਼ਾਮਪਲ ਆ ਗਈ, ਉਹ ਕਹਿੰਦੇ ਕੰਪਿਊਟਰਸ ਆਰ ਬੀਇੰਗ ਯੂਜ਼ਡ ਮੋਰ ਐਂਡ ਮੋਰ in the education, so there will soon be no role for teachers in the education। ਉਹ ਕਹਿੰਦੇ ਵੀ ਅਸੀਂ ਵੱਧ ਤੋਂ ਵੱਧ ਕੰਪਿਊਟਰ ਯੂਜ਼ ਕਰ ਰਹੇ ਹਾਂ ਐਜੂਕੇਸ਼ਨ ਦੇ ਵਿੱਚ, ਤੇ ਫਿਊਚਰ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਟੀਚਰ ਦਾ ਕੋਈ ਰੋਲ ਹੀ ਨਹੀਂ ਰਹਿਣਾ ਪੜ੍ਹਾਈ ਦੇ ਖੇਤਰ ਦੇ ਵਿੱਚ। ਤਾਂ ਕਿਸ ਹੱਦ ਤੱਕ ਤੁਸੀਂ ਇਸ ਗੱਲ ਨਾਲ ਅਗਰੀ ਜਾਂ ਡਿਸਅਗਰੀ ਕਰਦੇ ਹੋ। ਤਾਂ ਹੁਣ ਤੁਸੀਂ ਦੋਨੋਂ ਸਟੇਟਮੈਂਟਸ ਨੂੰ ਕਲੀਅਰਲੀ ਰੀਡ ਆਊਟ ਕਰਨਾ ਹੈ ਤੇ ਤੁਹਾਡੇ ਐਸੇ ਤੋਂ ਪੜ੍ਹਨ ਵਾਲੇ ਬੰਦੇ ਨੂੰ ਤੁਹਾਡਾ ਵਿਊ ਕਲੀਅਰ ਹੋਵੇ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ। ਅਗਰ ਹੈਗੇ ਹੋ ਤਾਂ ਕਿਸ ਹੱਦ ਤੱਕ ਸਹਿਮਤ ਹੋ। ਸੋ ਵੀ ਨੀਡ ਟੂ ਐਕਸਪਲੇਨ ਆਲ ਦ ਥਿੰਗਸ ਇਨ ਡਿਟੇਲ। ਨੈਕਸਟ ਆਪਾਂ ਮੂਵ ਕਰੀਏ ਐਡਵਾਂਟੇਜ ਐਂਡ ਡਿਸਐਡਵਾਂਟੇਜ। ਤਾਂ ਆ ਬੱਚੇ ਤੁਹਾਡਾ ਬਿਲਕੁਲ ਸਿੱਧਾ ਸਵਾਲ ਹੈਗਾ, ਕੋਈ ਉਹਨਾਂ ਨੇ ਟੌਪਿਕ ਪੁੱਛਿਆ ਡਿਸਕਸ ਦਾ ਐਡਵਾਂਟੇਜ ਐਂਡ ਡਿਸਐਡਵਾਂਟੇਜ ਆਫ ਸੇ ਆਰਟੀਫਿਸ਼ੀਅਲ ਇੰਟੈਲੀਜੈਂਸ। ਤਾਂ ਹੁਣ ਤੁਸੀਂ ਕੀ ਕੀਤਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਟੌਪਿਕ ਚੱਕਿਆ, ਸਾਨੂੰ ਉਹਦੇ ਕੀ ਫਾਇਦੇ ਹੋ ਸਕਦੇ ਆ, ਕੀ ਨੁਕਸਾਨ ਹੋ ਸਕਦੇ ਆ। ਇੱਕ ਪੈਰੇ 'ਚ ਅਸੀਂ ਫਾਇਦੇ ਲਿਖਤੇ, ਇੱਕ ਪੈਰੇ 'ਚ ਅਸੀਂ ਨੁਕਸਾਨ ਲਿਖਤੇ, ਤੇ ਐਂਡ ਤੇ ਭਾਵੇਂ ਕਨਕਲੂਡ ਕਰਤਾ ਕਿ ਮੇਰੇ ਹਿਸਾਬ ਨਾਲ ਐਡਵਾਂਟੇਜ ਜ਼ਿਆਦਾ ਆ ਡਿਸਐਡਵਾਂਟੇਜ ਨਾਲੋਂ, ਠੀਕ ਹੈ, ਜਾਂ ਡਿਸਐਡਵਾਂਟੇਜ ਜ਼ਿਆਦਾ ਆ ਐਡਵਾਂਟੇਜ ਨਾਲੋਂ। ਤਾਂ ਇਹ ਕੀ ਹੋ ਗਿਆ, ਇਹ ਆਪਣੇ ਕੋਲੇ ਸੈਕਿੰਡ ਆ ਗਿਆ, ਐਡਵਾਂਟੇਜ ਡਿਸਐਡਵਾਂਟੇਜ ਐਂਡ ਗਿਵ ਯੋਰ ਓਪੀਨੀਅਨ। ਤਾਂ ਆ ਤੁਹਾਡਾ ਓਪੀਨੀਅਨ ਕੀ ਪੁੱਛਿਆ ਇਸ ਕੰਟੈਕਸਟ ਦੇ ਵਿੱਚ, ਉਹਨੇ ਪੁੱਛਿਆ ਆ ਕਿ ਤੁਹਾਨੂੰ ਕੀ ਲੱਗਦਾ ਐਡਵਾਂਟੇਜ ਜ਼ਿਆਦਾ ਆ ਕਿ ਡਿਸਐਡਵਾਂਟੇਜ ਜ਼ਿਆਦਾ ਆ। ਤਾਂ ਆਪਾਂ ਪਹਿਲਾਂ ਉਹਦੀਆਂ ਐਡਵਾਂਟੇਜ ਤੇ ਡਿਸਐਡਵਾਂਟੇਜ ਨੂੰ ਡਿਸਕਸ ਕਰਾਂਗੇ, ਫਿਰ ਉਹਨੂੰ ਐਕਸਪਲੇਨ ਕਰਾਂਗੇ ਕਿ ਸਾਡੇ ਹਿਸਾਬ ਨਾਲ ਕਿਹੜੀ ਚੀਜ਼ ਜ਼ਿਆਦਾ ਆ। ਇੱਥੇ ਬੱਚੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਗਰ ਤੁਸੀਂ ਐਡਵਾਂਟੇਜ ਵਾਲਾ ਪੈਰਾ ਲਿਖ ਰਹੇ ਹੋ ਤਾਂ ਉਸ ਪੈਰਾਗ੍ਰਾਫ ਦੇ ਵਿੱਚ ਤੁਸੀਂ ਡਿਸਐਡਵਾਂਟੇਜ ਡਿਸਕਸ ਨਹੀਂ ਕਰੋਗੇ। The central idea of your each paragraph should be one। ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਜਿੱਦਾਂ ਇਹਨਾਂ ਨੇ ਸਵਾਲ ਕਿਹਾ computers are used more and more in education, discuss its advantage and disadvantage and give your opinion। same question ਜਿਹੜਾ ਆਪਣਾ ਪਿੱਛੇ ਆਇਆ ਸੀ, ਹੁਣ ਕਿਹੜੇ ਕੰਟੈਕਸਟ ਆ ਗਿਆ, ਐਡਵਾਂਟੇਜ ਡਿਸਐਡਵਾਂਟੇਜ ਦੇ ਕੰਟੈਕਸਟ। ਨੈਕਸਟ ਆ ਗਿਆ ਟੂ ਵਿਊ ਐਂਡ ਗਿਵ ਯੋਰ ਓਪੀਨੀਅਨ। ਹੁਣ ਦੇਖੋ ਬੱਚੇ ਆ ਸਵਾਲ ਦੇ ਵਿੱਚ ਇਹਨਾਂ ਨੇ ਕਿਹਾ ਕੰਪਿਊਟਰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕੀਤੇ ਜਾ ਰਹੇ ਆ ਪੜ੍ਹਾਈ ਵਾਸਤੇ, ਤੇ ਤੁਹਾਨੂੰ ਕੀ ਲੱਗਦਾ ਇਹਦੇ ਫਾਇਦੇ ਕੀ ਹੈ ਤੇ ਨੁਕਸਾਨ ਕੀ ਹੈ। ਇਸ ਕੇਸ ਦੇ ਵਿੱਚ ਦੋ ਬੰਦਿਆਂ ਦੀਆਂ ਵੱਖਰੀਆਂ ਵੱਖਰੀਆਂ ਸਟੇਟਮੈਂਟਸ ਦੇਣਗੀਆਂ ਵੀ ਕੁਝ ਲੋਕ ਆ ਮੰਨਦੇ ਆ, ਬਾਕੀ ਲੋਕ ਆ ਮੰਨਦੇ ਆ। ਤੁਸੀਂ ਇਹਨਾਂ ਦੋਨਾਂ ਵਿਊਜ਼ ਨੂੰ ਡਿਸਕਸ ਕਰੋ ਤੇ ਤੁਸੀਂ ਦੱਸੋ ਵੀ ਤੁਹਾਡਾ ਓਪੀਨੀਅਨ ਕੀ ਹੈ। ਜਿੱਦਾਂ ਇਹਨਾਂ ਨੇ ਕਿਹਾ
ਕੰਪਿਊਟਰਸ ਆਰ ਯੂਜ਼ਡ ਮੋਰ ਐਂਡ ਮੋਰ ਇਨ ਐਜੂਕੇਸ਼ਨ। ਆ ਕੀ ਹੋ ਗਈ ਤੁਹਾਡੇ ਕੋਲੇ ਜਰਨਲ ਲਾਈਨ, ਜਿੱਥੋਂ ਤੁਹਾਨੂੰ ਕਲੀਅਰ ਹੋ ਗਿਆ ਕਿ ਆਪਾਂ ਗੱਲ ਕਿਹਦੀ ਕਰ ਰਹੇ ਆ, ਗੱਲ ਕਰ ਰਹੇ ਆ ਆਪਾਂ ਕੰਪਿਊਟਰਸ ਦੀ। ਫਿਰ ਉਹ ਕਹਿੰਦੇ some people say that it is a positive trend। ਤਾਂ ਹੁਣ ਆ ਕੀ ਹੋ ਗਿਆ ਰਾਜੇ ਤੁਹਾਡਾ view 1। ਕੁਝ ਲੋਕ ਕਹਿੰਦੇ ਆ ਵੀ ਇਹ ਇੱਕ ਪੋਜ਼ਿਟਿਵ ਗੱਲ ਹੈ, view 1 ਹੋ ਗਿਆ। ਬਾਕੀ whereas ਜਦ ਕਿ ਬਾਕੀ ਕੀ ਕਹਿੰਦੇ ਆ it is leading to negative consequences। ਤਾਂ ਨੈਗੇਟਿਵ ਕਨਸੀਕੁਐਂਸਿਸ ਕੀ ਹੋ ਗਏ, ਮਾੜੇ ਪ੍ਰਭਾਵ। ਤਾਂ ਇਹ ਕੀ ਹੋ ਗਿਆ, ਇਹ ਸਾਡਾ view 2 ਹੈਗਾ। ਹੁਣ ਉਹ ਕਹਿੰਦਾ ਕਿ ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ। ਤਾਂ ਇਸ ਕੇਸ ਦੇ ਵਿੱਚ ਆਪਾਂ ਕੰਪਿਊਟਰ ਦੇ ਪੋਜ਼ਿਟਿਵ ਪ੍ਰਭਾਵ ਵੀ ਲਿਖਣੇ ਆ, ਨੈਗੇਟਿਵ ਵੀ ਲਿਖਣੇ ਆ, ਤੇ ਐਗਜ਼ਾਮੀਨਰ ਨੂੰ ਇਹ ਵੀ ਕਲੀਅਰ ਕਰਨਾ ਆ ਕਿ ਮੇਰੇ ਹਿਸਾਬ ਨਾਲ ਪੋਜ਼ਿਟਿਵ ਜ਼ਿਆਦਾ ਆ ਜਾਂ ਨੈਗੇਟਿਵ ਜ਼ਿਆਦਾ ਆ। ਠੀਕ ਹੈ, ਤਾਂ ਆ ਜਿਹੜਾ ਤੁਹਾਡਾ ਓਪੀਨੀਅਨ ਆ ਬੱਚੇ, ਇਹ ਤੁਸੀਂ ਇੰਟਰੋ ਤੋਂ ਹੀ ਕਲੀਅਰ ਕਰਕੇ ਚੱਲੋਗੇ ਵੀ ਮੇਰੇ ਹਿਸਾਬ ਨਾਲ ਇਹਦੇ ਪੋਜ਼ਿਟਿਵ ਜ਼ਿਆਦਾ ਆ ਜਾਂ ਮੇਰੇ ਹਿਸਾਬ ਨਾਲ ਇਹਦੇ ਨੈਗੇਟਿਵ ਜ਼ਿਆਦਾ ਆ। ਉਸ ਤੋਂ ਬਾਅਦ ਆ ਗਿਆ ਜੀ ਪ੍ਰੋਬਲਮ ਸੋਲੂਸ਼ਨ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈਗਾ, ਉਹਨਾਂ ਨੇ ਤੁਹਾਨੂੰ ਇੱਕ ਪ੍ਰੋਬਲਮ ਦਿੱਤੀ ਤੇ ਤੁਹਾਡੇ ਤੋਂ ਹੀ ਪੁੱਛਿਆ ਕਿ ਇਸ ਚੀਜ਼ ਦਾ ਕੀ ਸੋਲੂਸ਼ਨ ਹੈ। ਜਿੱਦਾਂ ਕਿਹਾ ਸਟੂਡੈਂਟਸ ਆਰ ਬਿਕਮਿੰਗ ਮੋਰ ਐਂਡ ਮੋਰ ਰਿਲਾਇੰਟ। ਰਿਲਾਇੰਟ ਕੀ ਹੋ ਗਿਆ ਜੀ, ਡਿਪੈਂਡੈਂਟ। ਕੰਪਿਊਟਰ ਜ਼ਿਆਦਾ ਤੋਂ ਬੱਚੇ ਜ਼ਿਆਦਾ ਤੋਂ ਜ਼ਿਆਦਾ ਕਾਹਦੇ ਡਿਪੈਂਡੈਂਟ ਹੋ ਰਹੇ ਆ, ਕੰਪਿਊਟਰ से हो रहे ਆ। what are problems associated with this and what are some possible solution। ਤਾਂ ਹੁਣ ਤੁਸੀਂ ਇੱਥੇ ਧਿਆਨ ਰੱਖਣਾ ਹੈ, ਤੁਸੀਂ ਪ੍ਰੋਬਲਮ ਉਹ ਲਿਖਣੀ ਹੈ ਜਿਹਦਾ ਤੁਸੀਂ ਹੱਲ ਕਰ ਸਕੋ। ਠੀਕ ਹੈ ਨਾ, ਹੁਣ ਜਿੱਦਾਂ ਆਪਣੇ ਕੋਲੇ ਆਈਵ ਰੈਡ ਕਿਸੇ ਬੱਚੇ ਦਾ ਮੈਂ ਐਸੇ ਪੜਿਆ, ਉਹਨਾਂ ਦਾ ਕੁਐਸਚਨ ਸੀਗਾ ਕਿ ਅੱਜ ਕੱਲ 올ਡ ਲੋਕਾਂ ਦੀ ਗਿਣਤੀ ਜ਼ਿਆਦਾ ਤੋਂ ਜ਼ਿਆਦਾ ਵੱਧ ਰਹੀ ਹੈ, ਇਹਦਾ ਕੀ ਪ੍ਰੋਬਲਮ ਹੈ ਤੇ ਇਹਦਾ ਕੀ ਸੋਲੂਸ਼ਨ ਹੈ। ਐਂਡ ਇਨ ਦਾ ਸੋਲੂਸ਼ਨ ਪਾਰਟ ਹੀ ਹੈਜ਼ ਮੈਂਸ਼ਨਡ that we should make a certain age limit and after that each person should be eliminated, ਜਿਹੜਾ ਕਿ possible ਨਹੀਂ ਹੈਗਾ ਬੇਸਿਕਲੀ। ਸੋ ਇਦਾਂ ਦੇ ਸੋਲੂਸ਼ਨ ਨਹੀਂ ਲਿਖਣੇ ਰਾਜੇ, ਉਹ ਸੋਲੂਸ਼ਨ ਲਿਖਣੇ ਹੈਗੇ ਆ ਜਿਹੜੇ ਸੋਲੂਸ਼ਨ ਫਿਜ਼ੀਬਲ ਹੋ ਸਕਣ, ਜਿਹੜੇ ਪੋਸੀਬਲ ਹੈਗੇ ਆ। ਠੀਕ ਹੈ, ਤਾਂ ਆਪਾਂ ਦੱਸਣਾ ਹੈਗਾ ਜਿੱਦਾਂ ਮੈਂ ਕਿਹਾ ਕਿ ਕੰਪਿਊਟਰ ਤੇ ਰਿਲਾਇੰਸ ਵੱਧਦੀ ਜਾ ਰਹੀ ਹੈ ਦਿਨੋਂ ਦਿਨ, ਇਹਦੇ ਨਾਲ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਨੇ। ਮੰਨ ਲਓ ਦਿਸ ਇਜ਼ ਮਾਈ ਪ੍ਰੋਬਲਮ, ਤਾਂ ਇਹਦਾ ਸੋਲੂਸ਼ਨ ਕੀ ਹੈਗਾ, ਇੱਕ ਤਾਂ ਸਾਨੂੰ ਪ੍ਰੀਵੈਂਟਿਵ ਮੇਜਰਸ ਯੂਜ਼ ਕਰਨੇ ਚਾਹੀਦੇ ਆ। ਸੈਕਿੰਡ, ਬੱਚੇ ਜਿਹੜਾ ਆਈ ਡ੍ਰੌਪਸ ਵਗੈਰਾ ਨੂੰ ਯੂਜ਼ ਕਰ ਸਕਦੇ ਆ ਤਾਂ ਕਿ ਉਹਨਾਂ ਦੀ ਆਈ ਸਾਈਡ ਤੇ ਬੁਰਾ ਅਸਰ ਨਾ ਪਵੇ। ਤਾਂ ਉਹ ਕੀ ਹੋ ਗਿਆ, ਮੇਰਾ ਪੋਸੀਬਲ ਸੋਲੂਸ਼ਨ ਹੋ ਗਿਆ ਟੂ ਦੈਟ ਪਾਰਟਿਕੂਲਰ ਕੁਐਸਚਨ। ਨੈਕਸਟ ਆ ਗਿਆ ਜੀ ਡਾਇਰੈਕਟ ਕੁਐਸਚਨ। ਡਾਇਰੈਕਟ ਕੁਐਸਚਨ ਤੋਂ ਤੁਹਾਨੂੰ ਸਮਝ ਲੱਗ ਗਈ ਕਿ ਉਹਨਾਂ ਨੇ ਸਿੱਧਾ ਸਵਾਲ ਪੁੱਛ ਲਿਆ ਜੀ। ਉਹ ਕਹਿੰਦੇ ਕੰਪਿਊਟਰਸ ਹੈਵ ਬਿਕਮ, ਬਣ ਗਏ ਹਨ। ਕੀ ਬਣ ਗਏ ਹਨ, ਐਨ ਇੰਟੈਗਰਲ ਪਾਰਟ ਆਫ ਆਵਰ ਡੇ ਟੂ ਡੇ ਲਾਈਫ। ਵਾਈ ਇਜ਼ ਇਟ ਸੋ, ਵਟ ਇਜ਼ ਦਾ ਰੀਜ਼ਨ ਬਿਹਾਈਂਡ ਇਟ। ਕੰਪਿਊਟਰ ਸਾਡੀ ਡੇਲੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ, ਕਿਉਂ ਬਣ ਗਿਆ। ਡੂ ਯੂ ਥਿੰਕ ਇਨ ਫਿਊਚਰ ਹਿਊਮਨ ਵਿਲ ਬੀ ਡਿਪੈਂਡੈਂਟ ਮੋਰ ਔਨ ਥੀਸ ਟੈਕਨੋਲੋਜੀਕਲ ਡਿਵਾਈਸਿਸ। ਤਾਂ ਹੁਣ ਅਸੀਂ BP1 ਚ ਕੀ ਲਿਖਾਂਗੇ, ਹਿਊਮਨਸ ਕਿਉਂ ਡਿਪੈਂਡੈਂਟ ਹੋ ਗਏ ਹੈਗੇ ਆ ਕਿਹਦੇ ਉੱਤੇ, ਕੰਪਿਊਟਰਸ ਦੇ ਉੱਤੇ। ਠੀਕ ਹੈ, BP2 ਦੇ ਵਿੱਚ ਆਪਾਂ ਕੀ ਦੱਸਾਂਗੇ ਕਿ ਫਿਊਚਰ ਦੇ ਵਿੱਚ ਕੰਪਿਊਟਰਸ ਦੇ ਉੱਤੇ ਸਾਡੀ ਡਿਪੈਂਡੈਂਸ ਵਧੂਗੀ। ਜੇ ਵਧੂਗੀ ਤਾਂ ਕਿਉਂ ਵਧੂਗੀ, ਉਹਨਾਂ ਨੇ ਕੀ ਕਿਹਾ, ਇਨ ਫਿਊਚਰ ਹਿਊਮਨ ਵਿਲ ਬੀ ਡਿਪੈਂਡੈਂਟ ਮੋਰ ਔਨ ਥੀਸ ਟੈਕਨੋਲੋਜੀਕਲ ਡਿਵਾਈਸਿਸ। ਸੋ ਵੀ ਨੀਡ ਟੂ ਐਕਸਪਲੇਨ ਕਿ ਫਿਊਚਰ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਸਾਡੀ ਡਿਪੈਂਡੈਂਸ ਜਿਹੜੀ ਵਧੂਗੀ, ਉਹਦਾ ਕੀ ਕਾਰਨ ਹੈ ਤੇ ਉਹਦਾ ਕੀ ਸੋਲੂਸ਼ਨ ਹੈਗਾ। ਸੋ ਆਪਣਾ ਲਾਸਟ ਸੈਕਸ਼ਨ ਜਿਹੜਾ ਹੈਗਾ ਤੁਹਾਡੇ ਆਇਲਸ ਦਾ, ਉਹ ਹੈਗਾ ਜੀ ਸਪੀਕਿੰਗ ਪਾਰਟ। ਠੀਕ ਹੈ, ਸਪੀਕਿੰਗ ਪਾਰਟ ਤੁਹਾਡੀ 11 ਤੋਂ 14 ਮਿੰਟ ਦੀ ਤੁਹਾਡੀ ਸਪੀਕਿੰਗ ਹੋਊਗੀ। ਠੀਕ ਹੈ, 11 ਹੋ ਸਕਦੇ ਆ, 11 ਤੋਂ 14, 15 ਵੱਧ ਸਕਦੇ, ਡਿਪੈਂਡਿੰਗ ਅਪਨ ਦਾ ਐਗਜ਼ਾਮਿਨਰ। ਠੀਕ ਹੈ, ਸੋ ਆਪਣੇ ਕੋਲੇ ਸਪੀਕਿੰਗ ਦੇ ਵਿੱਚ 3 ਸੈਕਸ਼ਨ ਹੁੰਦੇ ਆ ਜਿਹਨੂੰ ਉਹ ਐਗਜ਼ਾਮਿਨਰ ਯੂਜ਼ ਕਰਦੇ ਹੈਗੇ ਆ, ਪਾਰਟ 1, ਪਾਰਟ 2 ਐਂਡ ਪਾਰਟ 3। ਤਾਂ ਜਿਹੜਾ ਪਾਰਟ 1 ਹੁੰਦਾ ਰਾਜੇ, ਉਹ ਆਪਣੇ ਕੋਲੇ ਇੰਟਰੋਡਕਸ਼ਨ ਹੁੰਦੀ ਆ ਜਿਹੜੀ ਕਿ 4 ਤੋਂ 5 ਮਿੰਟ ਚੱਲਦੀ ਹੈ। ਇੰਟਰੋਡਕਸ਼ਨ ਕਰਵਾਉਣ ਦਾ ਮਤਲਬ ਕੀ ਹੁੰਦਾ, ਇੰਟਰੋਡਕਸ਼ਨ ਕਰਵਾਉਣ ਦਾ ਮਤਲਬ ਇਹ ਹੈ ਕਿ ਐਗਜ਼ਾਮਿਨਰ ਤੁਹਾਨੂੰ ਕੰਫਰਟੇਬਲ ਕਰਨਾ ਚਾਹ ਰਿਹਾ। ਕੋਈ ਵੀ ਪਰਸਨ ਦੀ ਅਗਰ ਆਪਾਂ ਗੱਲ ਕਰੀਏ, ਹਰ ਇਨਸਾਨ ਆਪਣੇ ਬਾਰੇ ਗੱਲ ਕਰਨ 'ਚ ਜ਼ਿਆਦਾ ਕੰਫਰਟੇਬਲ ਹੈ ਰੈਦਰ ਦੈਨ ਟਾਕਿੰਗ ਅਬਾਊਟ ਅਦਰ ਥਿੰਗਸ। ਤਾਂ ਜਿਹੜਾ ਸੈਕਸ਼ਨ 1 ਹੈਗਾ ਉਹਦੇ 'ਚ ਐਗਜ਼ਾਮਿਨਰ ਤੁਹਾਡਾ ਨਾਮ, ਤੁਸੀਂ ਕਿੱਥੋਂ, ਤੁਹਾਡੇ ਹੋਮ ਟਾਊਨ ਕਿਵੇਂ ਦਾ ਆ, ਤੁਹਾਨੂੰ ਕਿੱਦਾਂ ਦੇ ਲੋਕ ਪਸੰਦ ਆ, ਤੁਹਾਨੂੰ ਕਿੱਦਾਂ ਦੀਆਂ ਫਿਲਮਾਂ ਪਸੰਦ ਆ। ਤਾਂ ਦੇਖਿਆ ਜਾਵੇ ਐਗਜ਼ਾਮਿਨਰ ਇਜ਼ ਆਸਕਿੰਗ ਯੂ ਦ ਕੁਐਸਚਨਸ ਦੈਟ ਯੂਰ ਮਮ ਹੈਵਨਟ ਇਵਨ ਆਸਕਡ ਕਿ ਤੁਹਾਨੂੰ ਕਿੱਦਾਂ ਦੀਆਂ ਫਿਲਮਾਂ ਪਸੰਦ ਹੈਗੀਆਂ। ਸੋ ਰੀਜ਼ਨ ਕੀ ਹੈ ਉਸ ਗੱਲ ਕਰਨ ਦਾ, ਉਹਦਾ ਰੀਜ਼ਨ ਇਹੀ ਹੈ ਕਿ ਉਹ ਕੀ ਚਾਹ ਰਿਹਾ ਹੈਗਾ that you should be comfortable in talking to him or her। ਠੀਕ ਹੈ ਜੀ, ਨੈਕਸਟ ਆ ਗਿਆ ਸੈਕਿੰਡ ਸੈਕਸ਼ਨ ਹੋ ਗਿਆ ਸਾਡੇ ਕੋਲੇ ਸਾਡਾ ਕਿਊ ਕਾਰਡ। ਤਾਂ ਕਿਊ ਕਾਰਡ ਤੁਸੀਂ 3 ਤੋਂ 4 ਮਿੰਟ ਇਸ ਲਈ ਬੱਚੇ
ਕਿ 1 ਮਿੰਟ ਤਾਂ ਤੁਹਾਨੂੰ ਉਹਨੇ ਪ੍ਰਪੇਅਰ ਕਰਨ ਲਈ ਦੇਣਾ ਆ। ਉਹ ਤੁਹਾਨੂੰ ਟੌਪਿਕ ਦਊਗਾ, ਯੂ ਵਿਲ ਟੇਕ ਅ ਮਿੰਟ ਟੂ ਥਿੰਕ ਅਬਾਊਟ ਦੈਟ ਪਾਰਟਿਕੂਲਰ ਟੌਪਿਕ, ਠੀਕ ਹੈ ਜੀ। ਤੇ ਜਿਹੜਾ 2 ਮਿੰਟ ਦਾ ਟਾਈਮ ਹੈ ਉਹਦੇ ਵਿੱਚ ਅਸੀਂ ਉਸ ਕਿਊ ਕਾਰਡ ਨੂੰ ਬੋਲਣਾ ਹੈਗਾ, ਸਪੀਕ ਕਰਨਾ ਹੈ। 2 ਮਿੰਟ ਤੋਂ ਘੱਟ ਵੀ ਹੋ ਸਕਦਾ ਹੈ, 2 ਮਿੰਟ ਤੋਂ ਵੱਧ ਵੀ ਹੋ ਸਕਦਾ ਹੈ, ਡਿਪੈਂਡਿੰਗ ਅਪੋਨ ਦਾ ਐਗਜ਼ਾਮੀਨਰ। ਸੋ ਟੋਟਲ ਇਹ ਆਪਣੇ ਕੋਲੇ 3 ਤੋਂ 4 ਮਿੰਟ ਤੁਹਾਡਾ ਕਿਊ ਕਾਰਡ ਚੱਲਦਾ ਆ। ਤੇ ਲਾਸਟ ਸੈਕਸ਼ਨ ਜਿਹੜਾ ਮੋਸਟ ਇੰਪੋਰਟੈਂਟ ਸੈਕਸ਼ਨ ਹੈਗਾ ਉਹ ਹੈਗੇ ਤੁਹਾਡੇ ਫਾਲੋਅਪਸ। ਫਾਲੋਅਪਸ ਕੀ ਹੋ ਗਿਆ, ਕਿਊ ਕਾਰਡ ਤੋਂ ਬਾਅਦ ਕੁਝ ਕੁਐਸਚਨ ਐਗਜ਼ਾਮੀਨਰ ਵਿਲ ਆਸਕ, ਦੋਸ ਕੁਐਸਚਨ ਕੈਨ ਬੀ ਰੈਲੇਵੈਂਟ ਟੂ ਯੋਰ ਟੌਪਿਕ ਔਰ ਕਾਂਟ ਬੀ, ਠੀਕ ਹੈ। ਤਾਂ ਆ ਜਿਹੜੇ ਕੁਐਸਚਨਸ ਹੈਗੇ ਆ ਇਹ ਤੁਹਾਡੇ ਜਿਹੜੇ ਹੈਗੇ ਆ ਟੌਪਿਕ ਦੇ ਨਾਲ ਰਿਲੇਟਡ ਹੋ ਵੀ ਸਕਦੇ ਆ, ਨਹੀਂ ਵੀ ਹੋ ਸਕਦੇ। ਇਹ ਵੀ ਚੀਜ਼ ਐਗਜ਼ਾਮੀਨਰ ਤੇ ਡਿਪੈਂਡ ਕਰਦੀ ਆ। ਲਾਈਕ ਜਦੋਂ ਮੈਂ ਆਪਣਾ ਫਾਈਨਲ ਐਗਜ਼ਾਮ ਦਿੱਤਾ ਆਇਲਸ ਦਾ ਤਾਂ ਮੇਰਾ ਟੌਪਿਕ ਸੀਗਾ ਡਿਸਕ੍ਰਾਈਬ ਅ ਟਾਈਮ ਯੂ ਗੈਟ ਅਪ ਅਰਲੀ ਇਨ ਦਾ ਮਾਰਨਿੰਗ। ਤੇ ਫਾਲੋ ਅਪ ਕੁਐਸਚਨਸ ਉਹ ਮੈਨੂੰ ਪੁੱਛ ਰਹੇ ਸੀ ਕਿ ਨੇਬਰਿੰਗ ਕੰਟਰੀਜ਼ ਕਿਉਂ ਫਾਈਟ ਕਰਦੀਆਂ ਰਹਿੰਦੀਆਂ ਹਮੇਸ਼ਾ। ਤਾਂ ਹੁਣ ਤੁਸੀਂ ਦੇਖੋ ਵੀ ਸਵੇਰੇ ਜਲਦੀ ਉੱਠਣ ਦੇ ਵਿੱਚ ਤੇ ਨੇਬਰਿੰਗ ਕੰਟਰੀਜ਼ ਤੇ ਫਾਈਟ ਕਰਨ ਦੇ ਵਿੱਚ ਕੋਈ ਰੈਲੇਵੈਂਸ ਨਹੀਂ ਹੈਗੀ। ਤਾਂ ਉੱਥੇ ਜਿਹੜੇ ਤੁਹਾਡੇ ਕੁਐਸਚਨ ਹੈਗੇ ਆ ਉਹ ਟੌਪਿਕ ਰਿਲੇਟਡ ਹੋ ਵੀ ਸਕਦੇ ਆ, ਨਹੀਂ ਵੀ ਹੋ ਸਕਦੇ। ਤਾਂ ਆ ਉਹ ਸੈਕਸ਼ਨ ਹੈ ਜਿਹਦੇ ਲਈ ਅਸੀਂ ਮੈਂਟਲੀ ਬਹੁਤ ਜ਼ਿਆਦਾ ਪ੍ਰਿਪੇਅਰ ਹੋਣਾ ਆ, ਬਿਕੋਜ਼ ਇੱਥੇ ਜਿਹੜੇ ਹੈਗੇ ਆ ਐਗਜ਼ਾਮੀਨਰ ਵਿਲ ਟਰਾਈ ਟੂ ਕਨਫਿਊਜ਼ ਯੂ, ਹੀ ਵਿਲ ਟਰਾਈ ਕਿ ਤੁਸੀਂ ਆਪਣੀ ਸਟੇਟਮੈਂਟ ਬਦਲ ਦਿਓ। ਤਾਂ ਉਹਨਾਂ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਹੁੰਦਾ ਇਹ ਸੈਕਸ਼ਨ ਦੇ ਵਿੱਚ, ਠੀਕ ਹੈ ਜੀ। ਤਾਂ ਇਹਦੇ ਵਿੱਚ ਇੱਕ ਗੱਲ ਹੋਰ ਬੱਚੇ ਆਪਾਂ ਧਿਆਨ ਰੱਖਣੀ ਆ ਕਿ ਤੁਹਾਡੀ ਜਿਹੜੀ ਸਪੀਕਿੰਗ ਹੈਗੀ ਆ, ਤੁਹਾਡੀ ਸਪੀਕਿੰਗ ਸੈਮੀ ਫਾਰਮਲ ਹੈ। ਹੁਣ ਜਿੱਦਾਂ ਆਪਾਂ ਰਾਈਟਿੰਗ ਸੈਕਸ਼ਨ ਦੇ ਵਿੱਚ ਡਿਸਕਸ ਕੀਤਾ ਸੀ ਕਿ ਜਿਹੜਾ ਸੈਮੀ ਫਾਰਮਲ ਹੁੰਦਾ ਆ ਉਹਦੇ ਵਿੱਚ ਅਸੀਂ ਕੰਟਰੈਕਸ਼ਨਸ ਯੂਜ਼ ਕਰ ਸਕਦੇ ਆ। ਤਾਂ ਤੁਸੀਂ ਆਪਣੀ ਸਪੀਕਿੰਗ ਦੇ ਵਿੱਚ ਡੋਂਟ, ਵਾਜ਼ਨਟ, ਹੈਵਨਟ ਇਦਾਂ ਦੀਆਂ ਕੰਟਰੈਕਸ਼ਨਸ ਯੂਜ਼ ਕਰ ਸਕਦੇ ਹੋ। ਤੁਸੀਂ ਆਪਣੀ ਸਪੀਕਿੰਗ ਦੇ ਵਿੱਚ ਈਡੀਅਮਸ ਯੂਜ਼ ਕਰ ਸਕਦੇ ਹੋ ਤਾਂ ਕਿ ਤੁਹਾਡੀ ਜਿਹੜੀ ਸਪੀਕਿੰਗ ਹੈਗੀ ਆ ਉਹ ਜ਼ਿਆਦਾ ਨੈਚੁਰਲ ਲੱਗੇ। ਇਹ ਨਾ ਐਗਜ਼ਾਮੀਨਰ ਨੂੰ ਲੱਗੇ ਕਿ ਤੁਸੀਂ ਜਿਹੜੀ ਹੈਗੀ ਆ ਕਿਤਾਬੀ ਭਾਸ਼ਾ 'ਚ ਗੱਲਾਂ ਕਰ ਰਹੇ ਹੋ। ਜਿੱਦਾਂ ਆਪਾਂ ਪੰਜਾਬੀ ਦੀ ਗੱਲ ਵੀ ਕਰੀਏ ਤਾਂ ਨਾਰਮਲ ਪੰਜਾਬੀ ਜਿਹੜੀ ਆਪਾਂ ਕਿਤਾਬਾਂ ਤੇ ਲਿਖੀ ਹੁੰਦੀ ਹੈ ਤੇ ਜਿਹੜੀ ਪੰਜਾਬੀ ਆਪਾਂ ਬੋਲਦੇ ਆ ਉਹ ਬਿਲਕੁਲ ਵੱਖਰੀ ਹੈ। ਤਾਂ ਤੁਹਾਡੀ ਸਪੀਕਿੰਗ ਦੇ ਵਿੱਚ ਵੀ ਤੁਸੀਂ ਕੋਸ਼ਿਸ਼ ਕਰਨਾ ਹੈ ਕਿ ਤੁਹਾਡੀ ਜਿਹੜੀ ਨੈਚੁਰਲ ਇੰਗਲਿਸ਼ ਹੈਗੀ ਆ ਜਿਹਦੇ ਵਿੱਚ ਤੁਸੀਂ ਕੰਟਰੈਕਸ਼ਨਸ ਯੂਜ਼ ਕਰ ਰਹੇ ਹੋ ਉਹ ਯੂਜ਼ ਕਰੋ, ਬਟ ਇਹਦਾ ਮਤਲਬ ਇਹ ਵੀ ਨਹੀਂ ਤੁਸੀਂ ਸਲੈਂਗ ਯੂਜ਼ ਕਰਨ ਲੱਗ ਜਾਓ, ਠੀਕ ਹੈ। ਤਾਂ ਆਪਾਂ ਥੋੜਾ ਕੌਨਸ਼ੀਅਸ ਦੇਣਾ ਹੈ ਟੂ ਗਿਵ ਰਿਸਪੈਕਟ ਟੂ ਦ ਐਗਜ਼ਾਮੀਨਰ, ਬਟ ਐਟ ਦ ਸੇਮ ਟਾਈਮ we can show our natural language to him or her. ਲਾਸਟ ਪਾਰਟ ਹੈਗਾ ਬੱਚੇ ਇਹਦੇ ਵਿੱਚ ਵੀ ਤੁਹਾਡੀ ਅਸੈਸਮੈਂਟ ਸਾਨੂੰ ਪਤਾ ਸਾਰੇ ਸੈਕਸ਼ਨ 'ਚ ਜ਼ਰੂਰੀ ਹੈਗੀ ਹੈ ਕਿ ਐਗਜ਼ਾਮੀਨਰ ਤੁਹਾਨੂੰ ਅਸੈਸ ਕਿਹੜੇ ਬੇਸਿਸ ਤੇ ਕਰ ਰਿਹਾ ਆ। ਤਾਂ ਹੁਣ ਦੇਖੋ ਫਰਸਟ ਇਜ਼ ਯੋਰ ਫਲੂਐਂਸੀ ਐਂਡ ਕੋਹਰੈਂਸ। ਕੋਹਰੈਂਸ ਤੇ ਫਲੂਐਂਸੀ ਦਾ ਮਤਲਬ ਕੀ ਹੋ ਗਿਆ ਕਿ ਤੁਸੀਂ ਲਗਾਤਾਰ ਬੋਲ ਰਹੇ ਹੋ, ਕਿ ਤੁਸੀਂ ਬਹੁਤ ਲੰਮੇ ਪੌਜ਼ ਤਾਂ ਨਹੀਂ ਲੈ ਰਹੇ। ਕੋਹਰੈਂਸ ਦਾ ਕੀ ਮਤਲਬ ਹੋ ਗਿਆ, ਮੰਨ ਲਓ ਮੈਂ ਕਿਉਂ ਪੜ੍ਹ ਸੁਣਾ ਰਹੀ ਹੂੰ ਤੇ ਮੈਂ ਕਿਹਾ ਵੀ ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠਦੀ ਹੂੰ ਤੇ ਇਸ ਤੋਂ ਬਾਅਦ ਮੈਂ ਆਪਦੀ ਮਾਰਨਿੰਗ ਰੂਟੀਨ ਸਟਾਰਟ ਕੀਤਾ। ਤਾਂ ਉਹ ਚੀਜ਼ਾਂ ਮੇਰੀਆਂ ਸੀਕੁਐਂਸ ਹੋਣੀਆਂ ਚਾਹੀਦੀਆਂ ਕਿ ਸਵੇਰੇ ਉੱਠੀ ਫਿਰ ਮੈਂ ਕੀ ਕੀਤਾ, ਕਿਹੜੇ ਐਕਟੀਵਿਟੀਜ਼ ਪਰਫਾਰਮ ਕੀਤੇ। ਤਾਂ ਤੁਹਾਡੇ ਆਈਡੀਆਜ਼ ਸ਼ੁੱਡ ਬੀ ਇਨ ਦਾ ਕੋਹਰੈਂਸ। ਨੈਕਸਟ ਆ ਗਿਆ ਬੱਚੇ ਲੈਕਸੀਕਲ ਰਿਸੋਰਸਿਸ। ਤਾਂ ਆਪਣੇ ਕੋਲੇ ਰਾਈਟਿੰਗ ਦੀ ਤਰ੍ਹਾਂ ਹੀ ਲੈਕਸੀਕਲ ਰਿਸੋਰਸਿਸ ਕਿਹੜਾ ਸੈਕਸ਼ਨ ਹੋ ਗਿਆ, ਜਿਹੜੇ ਸੈਕਸ਼ਨ ਦੇ ਵਿੱਚ ਤੁਸੀਂ ਕੀ ਐਡ ਕਰ ਰਹੇ ਹੋ, ਤੁਸੀਂ ਆਪਣੇ ਈਡੀਅਮਸ ਐਡ ਕਰ ਰਹੇ ਹੋ, ਤੁਸੀਂ ਆਪਣੀ ਫੈਂਸੀ ਵੋਕੈਬ ਨੂੰ ਫਲੌਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤਾਂ ਲੈਕਸੀਕਲ ਰਿਸੋਰਸਿਸ ਉਹ ਵਾਲੇ ਸੈਕਸ਼ਨ ਜਿਹੜੀ ਤੁਸੀਂ ਆਪਣੀਆਂ ਸੈਂਟੈਂਸ ਸਟਰਕਚਰਸ ਯੂਜ਼ ਕਰ ਸਕਦੇ ਹੈਗੇ ਹੋ, ਜਾਂ ਤੁਸੀਂ ਵੱਖਰੇ ਜਿਹੜੇ ਹੈਗੇ ਆ ਆਪਾਂ ਕਹਿ ਦਈਏ ਫੈਂਸੀ ਵਰਡਸ ਯੂਜ਼ ਕਰੋ, ਬਟ ਅਗੇਨ ਮੇਕ ਸ਼ੋਰ ਕਿ ਜਿਹੜਾ ਵੀ ਸ਼ਬਦ ਤੁਸੀਂ ਇੰਗਲਿਸ਼ ਦੇ ਵਿੱਚ ਯੂਜ਼ ਕਰ ਰਹੇ ਹੋ ਆਪਣੀ ਫਾਈਨਲ ਸਪੀਕਿੰਗ ਦੇ ਵਿੱਚ ਉਹਦਾ ਮਤਲਬ ਤੇ ਉਹਦੀ ਯੂਸੇਜ ਤੁਹਾਨੂੰ ਕਲੀਅਰ ਹੋਵੇ। ਅਦਰਵਾਈਜ਼ ਐਗਜ਼ਾਮੀਨਰ ਵਿਲ ਫਿਗਰ ਆਊਟ ਕਿ ਹਾਂ ਰੱਟਾ ਲਾਇਆ ਹੋਇਆ ਹੈ ਜੀ ਆ ਚੀਜ਼ ਦਾ, ਠੀਕ ਹੈ। So we will not give that impression to the examiner. Next is our grammatical range and accuracy. Similar like writing, ਤੁਸੀਂ variety of sentence structures use ਕਰਨੀਆਂ ਨੇ, ਤੁਸੀਂ ਸਹੀ ਜਗ੍ਹਾ ਦੇ ਉੱਤੇ ਪੌਜ਼ ਲੈਣੇ ਹੈਗੇ ਆ। ਤਾਂ ਉਹਨਾਂ ਸਟਰਕਚਰ ਦਾ ਯੂਸੇਜ ਤੁਹਾਨੂੰ ਮੰਨ ਲਓ ਕੋਈ ਬੱਚਾ ਆਲਦੋ ਵਾਲੀ ਸਟਰਕਚਰ ਯੂਜ਼ ਕਰ ਰਿਹਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਆਲਦੋ ਵਾਲੀ ਸਟਰਕਚਰ ਕਿੱਦਾਂ ਯੂਜ਼ ਕਰੀਦੀ ਹੈ, ਕਿੱਥੇ ਮੈਂ ਪੌਜ਼ ਲੈਣਾ ਹੈਗਾ, ਕਿੱਥੇ ਮੈਂ ਜਿਹੜਾ ਹੈਗਾ ਆਪਣੇ ਕੋਲੇ ਮਤਲਬ ਨਾਟ ਓਨਲੀ ਬਟ ਆਲਸੋ ਯੂਜ਼ ਕਰਨੀ ਆ, ਉਹਦੀ ਯੂਸੇਜ ਕਿਵੇਂ ਆ। ਸੋ ਅਗਰ ਤੁਹਾਡੇ ਕੋਲੇ ਸਟਰਕਚਰਸ ਕਲੀਅਰ ਨਹੀਂ ਹੈਗੀਆਂ, put a lot of focus on this particular thing. So next is your pronunciation. Obvious ਹੀ ਗੱਲ ਆ ਰਾਜੇ, ਤੁਹਾਡੀ ਸਪੀਕਿੰਗ ਦਾ ਟੈਸਟ ਹੈ, ਐਗਜ਼ਾਮੀਨਰ ਵਿਲ ਚੈੱਕ ਕਿ ਤੁਹਾਡੀ ਪ੍ਰੋਨੰਸੀਏਸ਼ਨ ਕਿੱਦਾਂ ਦੀ ਹੈ। ਤੇ ਕੋਸ਼ਿਸ਼ ਕਰਿਆ ਕਰੋ ਜਿਹੜੇ ਸ਼ਬਦ ਤੁਹਾਡੇ ਤੋਂ ਸਹੀ ਤਰੀਕੇ ਨਾਲ ਪ੍ਰੋਨਾਉਂਸ ਨਹੀਂ ਨਾ ਹੁੰਦੇ ਉਹਨਾਂ ਨੂੰ ਅਵੋਇਡ ਕੀਤਾ ਜਾਵੇ, ਬਿਕੋਜ਼ ਉਹ ਚੀਜ਼ ਜਿਹੜੀ ਹੈਗੀ ਆ ਨੈਗੇਟਿਵ ਅਸਰ ਪਾਉਂਦੀ ਹੈਗੀ ਐਗਜ਼ਾਮੀਨਰ ਤੇ। ਬੈਸਟ ਥਿੰਗ ਤਾਂ ਇਹ ਹੈ ਬੱਚੇ ਕਿ ਜਦੋਂ ਤੁਸੀਂ ਆਪਣੀ ਡੇ ਟੂ ਡੇ ਸਪੀਕਿੰਗ ਟੀਚਰਸ ਨਾਲ ਕਰ ਰਹੇ ਹੋ
ਉਹ ਵਰਡਸ ਨੂੰ ਨੋਟ ਡਾਊਨ ਕਰੋ ਜਿਹੜੇ ਤੁਸੀਂ ਗਲਤ ਪ੍ਰੋਨਾਂਸ ਕਰਦੇ ਹੋ ਤੇ ਉਹਨਾਂ ਦੀ ਪ੍ਰੈਕਟਿਸ ਕਰੋ ਟੂ ਇੰਪਰੂਵ ਯੋਰ ਪ੍ਰੋਨਾਂਸੀਏਸ਼ਨ। ਬਟ ਇਨ ਕੇਸ ਯੂ ਫਾਈਂਡ ਸਮ ਵਰਡਸ ਰੀਅਲੀ ਡਿਫਿਕਲਟ ਟੂ ਪ੍ਰੋਨਾਂਸ, ਉਸ ਕੇਸ ਦੇ ਵਿੱਚ ਵੀ ਵਿਲ ਬੀ ਸਕਿਪਿੰਗ ਦੋਜ਼ ਵਰਡਸ ਐਂਡ ਵੀ ਵਿਲ ਬੀ ਯੂਜ਼ਿੰਗ देयर सिनोनिम्स, ਤਾਂ ਕਿ ਜਿਹੜੀ ਹੈਗੀ ਆ ਅਸੀਂ ਆਪਣਾ ਜਿਹੜਾ ਵਧੀਆ ਬੈਂਡ ਸਕੋਰ ਹਾਸਿਲ ਕਰ ਸਕੀਏ। ਸੋ ਅੱਜ ਦੀ ਇਹ ਵੀਡੀਓ, ਇਹ ਸਾਰੀਆਂ ਚੀਜ਼ਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਈਆਂ ਹੁਣ ਕਿ ਆਪਾਂ ਆਇਲਸ ਦੇ ਵਿੱਚ ਕਿਹੜੀਆਂ ਚੀਜ਼ਾਂ ਕਰਨੀਆਂ ਨੇ ਤੇ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ। ਜਿਹੜੀਆਂ ਕਰਨ ਵਾਲੀਆਂ ਨੇ ਉਨੀਆਂ ਹੀ ਇੰਪੋਰਟੈਂਟ ਨਾ ਕਰਨ ਵਾਲੀਆਂ ਚੀਜ਼ਾਂ ਵੀ ਹੈਗੀਆਂ। ਸੋ ਮੇਕ ਸ਼ੋਰ ਕਿ ਤੁਸੀਂ ਆਪਣੇ ਆਨਸਰਸ ਕੈਪੀਟਲਸ ਲਿਖੇ ਆ। ਸਪੀਕਿੰਗ ਦੇ ਵਿੱਚ ਮੇਕ ਸ਼ੋਰ ਦੈਟ ਯੂ ਆਰ ਸਿਟਿੰਗ ਸਟ੍ਰੇਟ ਐਂਡ ਟਾਕਿੰਗ ਡਾਇਰੈਕਟਲੀ ਟੂ ਦ ਐਗਜ਼ਾਮੀਨਰ। ਤੁਸੀਂ ਇੱਧਰ ਉੱਧਰ ਨਹੀਂ ਦੇਖ ਰਹੇ ਤੇ ਆਪਣਾ ਧਿਆਨ ਵੀ ਜਿਹੜਾ ਹੈਗਾ ਡਾਇਵਰਟ ਨਹੀਂ ਕਰ ਰਹੇ। ਮੇਕ ਸ਼ੋਰ ਯੂ ਆਰ ਗਿਵਿੰਗ ਇਨਫ ਰਿਸਪੈਕਟ ਟੂ ਦ ਐਗਜ਼ਾਮੀਨਰ ਐਂਡ ਰਾਈਟਿੰਗ ਦੇ ਵਿੱਚ ਆਪਣੀ ਟੋਨ ਸੈੱਟ ਕਰਨੀ ਬੇਹੱਦ ਜ਼ਰੂਰੀ ਹੈਗੀ ਆ ਬੱਚੇ। ਸੋ ਇਹ ਸਾਰੀਆਂ ਚੀਜ਼ਾਂ ਇਫ ਯੂ ਆਰ ਥਿੰਕਿੰਗ ਕਿ ਮੈਂ ਆਇਲਸ ਕਰਨੀ ਹੈਗੀ ਆ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਹੋਰ ਵੀ ਡਿਟੇਲ 'ਚ ਕਰਨਾ ਹੈਗਾ, ਪਲੀਜ਼ ਜੁਆਇਨ ਆਵਰ ਆਨਲਾਈਨ ਕਲਾਸਿਸ ਇਨ ਬਠਿੰਡਾ। ਥੈਂਕ ਯੂ।